जी दोस्तों तुहानू सारिਆਂ ਨੂੰ जी आया। सो ਆਪਾਂ ਆਪਣੇ ਕ੍ਰੀਏਟਿਵ ਪ੍ਰੋਸੈਸ ਦੀ ਲੜੀ ਦੇ ਵਿੱਚ, ਕ੍ਰੀਏਟਿਵ ਐਕਸਪੀਰੀਅੰਸ ਦੀ ਲੜੀ ਦੇ ਵਿੱਚ ਅੱਜ ਸਾਡੇ ਨਾਲ ਡਾਕਟਰ ਰਾਜਵੰਤ ਮਾਨ, ਪ੍ਰੀਤ ਮਾਨ ਹੋਰੀ, ਜਿਹੜੇ ਕਿ ਇਪਟਾ ਲਹਿਰ ਦਾ ਬਹੁਤ ਹੀ ਵੱਡਾ ਹਿੱਸਾ ਰਹੇ ਨੇ, ਜਿਨ੍ਹਾਂ ਨੇ ਇਪਟਾ ਲਹਿਰ ਦੇ ਵਿੱਚ ਬਹੁਤ ਲੰਮਾ ਸਮਾਂ ਕੰਮ ਕੀਤਾ ਆਪਣੇ ਪਤੀ ਦੇ ਨਾਲ ਮਿਲ ਕੇ, ਔਰ ਬਹੁਤ ਸਾਥੀਆਂ ਦੇ ਨਾਲ, ਔਰ ਇਪਟਾ ਲਹਿਰ ਨਾਲ ਜੁੜੇ ਹੋਏ ਸਾਡੇ ਕੋਲ ਹੋਰ ਬਹੁਤ ਸਾਰੇ ਸਾਥੀ, ਗੁਰਚਰਨ ਹੋਰੀ, ਸਵਰਨ ਹੋਰੀ, ਔਰ ਦੂਜੇ ਸਾਥੀ ਇਧਰੋਂ ਹੁਣ ਦੀ ਇਪਟਾ ਵਾਲੇ ਸਾਡੇ ਨਾਲ, ਸੰਜੀਵਨ, ਇੰਦਰਜੀਤ ਰੂਪੋਵਾਲੀ, ਔਰ ਕੁਮਾਰ ਪਵਨਦੀਪ, ਕ੍ਰਿਸ਼ਨ ਦਵੇਸਨ, ਕਿੰਗਰਾ ਜੀ, ਵੀਨਾ ਜੀ, ਬਹੁਤ ਸਾਰੇ ਸਾਥੀ ਸਾਡੇ ਨਾਲ ਜੁੜੇ ਨੇ, ਰੰਧਾਵਾ ਹੋਰੀ ਵੀ। ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਪ੍ਰੀਤ ਆਂਟੀ, ਆਪਾਂ ਗੱਲਾਂ ਸ਼ੁਰੂ ਕਰਦੇ ਹਾਂ। ਮੈਂ ਬਸ ਮੁੱਢੋਂ ਸੁੱਢੋਂ ਜਾਣਨਾ ਚਾਹਾਂਗਾ ਤੁਹਾਡੇ ਸਮਿਆਂ ਦੇ ਰੰਗਮੰਚ ਬਾਰੇ, ਕਿਉਂਕਿ ਤੁਸੀਂ ਆਪਣੇ ਸਮਿਆਂ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਤੇ ਉਦੋਂ ਕਿਉਂਕਿ ਇਪਟਾ ਲਹਿਰ ਦਾ ਹੀ ਜ਼ੋਰ ਸੀਗਾ, ਉਹੀ ਜ਼ਿਆਦਾ ਕੰਮ ਕਰ ਰਹੇ ਸੀ ਇਪਟਾ ਲਹਿਰ ਵਾਲੇ। ਤੁਸੀਂ ਇਸ ਇਪਟਾ ਲਹਿਰ ਦੇ ਨਾਲ ਕਿਵੇਂ ਇਨਵੋਲਵ ਹੋਏ ਔਰ ਕਿਸ ਤਰ੍ਹਾਂ ਦੇ ਕੰਮ ਕੀਤੇ? ਮੈਂ ਸ਼ੁਰੂ ਚ ਪਹਿਲੇ ਮੈਂ ਇਹ ਜਾਣਨਾ ਚਾਹੁੰਦਾ। ਕੇਵਲ ਮੈਂ ਸਾਰਿਆਂ ਨੂੰ ਪਹਿਲਾਂ ਆਪਣੇ ਵੱਲੋਂ ਬਹੁਤ ਪਿਆਰ ਸਤਿਕਾਰ ਨਾਲ ਜੀ ਆਇਆਂ ਕਹਿੰਦੀ ਹਾਂ। ਤੁਸੀਂ ਮੈਨੂੰ ਅੱਜ ਸ਼ਾਮਲ ਕੀਤਾ, ਸੋ ਨਾਈਸ ਆਫ ਯੂ। ਮੈਂ 1952 ਵਿੱਚ ਪ੍ਰੋਫੈਸਰ ਨਰਿੰਦਰ ਸਿੰਘ ਮਾਨ ਨਾਲ ਵਿਆਹੀ ਗਈ, ਔਰ ਉਹ ਮੈਰਿਜ ਬੜੀ ਸਿੰਪਲ ਮੈਰਿਜ ਸੀ ਉਸ ਜ਼ਮਾਨੇ ਦੇ ਵਿੱਚ, ਕਿਉਂਕਿ ਮੈਂ ਜੇ ਸਿਰਫ FSC ਮੈਡੀਕਲ ਕੀਤਾ ਸੀ, ਜਾਨੀ ਕਿ 12th ਗ੍ਰੇਡ, ਉਦੋਂ FSC ਕਹਿੰਦੇ ਸੀ ਅਸੀਂ, ਤੇ ਮੇਰੀ ਮੈਰਿਜ ਹੋ ਗਈ। ਬਣਨਾ ਚਾਹੁੰਦੀ ਸੀ ਡਾਕਟਰ, ਪਰ ਉਹ ਮੇਰੇ, ਕਿਉਂਕਿ ਮੇਰੇ ਫਾਦਰ ਦੀ ਡੈਥ ਹੋ ਚੁੱਕੀ ਸੀ ਜਦੋਂ ਮੈਂ ਜੀ ਬਹੁਤ ਛੋਟੀ ਸੀ, ਤੇ ਮੇਰੇ ਮਦਰ ਨੂੰ ਬਸ ਇਹ ਫਿਕਰ ਸੀ ਵੀ ਇਹ ਚੌਥੀ ਬੇਟੀ ਹੈ ਜਿਹੜੀ, ਇਹਦੀ ਵੀ ਮੈਰਿਜ ਜਲਦੀ ਹੋ ਜਾਏ। ਮੇਰਾ ਇੱਕ ਰਿਸ਼ਤੇਦਾਰ ਸੁਰਿੰਦਰ ਸੰਧੂ, ਉਹ ਪ੍ਰੈਸ ਸਾਹਿਬ ਦਾ ਦੋਸਤ ਸੀ, ਮਾਨ ਸਾਹਿਬ ਦਾ, तो मेरी मैरिज बहुत जल्दी अरेंज होगी, बड़ी सिंपल मैरिज होगी। मैरिज तो 10 दिन बाद बठिंडे फरियादी ਦਾ ਡਰਾਮਾ ਹੋਣਾ ਸੀ, ਕਾਲ ਡਰਾਮਾ। ਉਹ ਮੈਨੂੰ ਉੱਥੇ, ਹਾਂਜੀ ਕਾਲ, ਤੇ ਉੱਥੇ ਮੈਨੂੰ ਲੈ ਗਏ। ਸਾਡੇ 8-10 ਦਿਨ ਉੱਥੇ ਰਿਹਰਸਲਾਂ ਕੀਤੀਆਂ। ਮੈਂ ਪਹਿਲੀ ਵਾਰ ਐਕਟਿੰਗ ਕਰਨੀ ਸੀ ਤੇ ਬੜੀ ਮਿਹਨਤ ਮੈਂ ਕੀਤੀ। ਉੱਥੇ ਹੀ ਮੈਨੂੰ ਸੁਰਿੰਦਰ ਕੌਰ ਹੋਰੀ ਮਿਲੇ, ਸੁਰਿੰਦਰ ਕੌਰ, ਸੋਢੀ ਸਾਹਿਬ ਤੇ ਡੋਲੀ, ਉਦੋਂ 3 ਸਾਲ ਦੀ ਸੀ। ਸੋ ਉਹ ਡਰਾਮੇ ਵਿੱਚ ਮੈਨੂੰ ਰੋਲ ਵੀ ਦੇ ਦਿੱਤਾ ਇੱਕ ਲੜਾਕੀ ਨੂੰਹ ਦਾ, ਔਰ ਉਹ ਮੈਂ ਬਹੁਤ ਮੁਸ਼ਕਿਲ ਨਾਲ, ਕਿਉਂਕਿ ਮੈਨੂੰ ਲੜਨਾ ਨਹੀਂ ਸੀ ਆਉਂਦਾ, ਮੈਂ ਇੱਕ ਪਿੰਡ ਦੀ ਕੁੜੀ ਸਿੰਪਲ ਜਿਹੀ ਸੀ। ਸੋ ਮੈਨੂੰ ਉਹ ਰੋਲ ਜਦੋਂ ਮੈਂ ਨਿਭਾਇਆ, ਸਾਰੇ ਹਾਲ ਵਿੱਚ ਤਾੜੀਆਂ ਵੱਜ ਗਈਆਂ ਤੇ ਮੈਂ ਕਾਮਯਾਬ ਹੋ ਗਈ ਐਕਟਿੰਗ 'ਚ, ਤੇ ਗਾਉਣ ਵਿੱਚ ਵੀ ਕਾਮਯਾਬ ਹੋ ਗਈ ਸੁਰਿੰਦਰ ਕੌਰ ਨਾਲ ਰਲ ਕੇ। ਉਹ ਡਰਾਮਾ 3 ਘੰਟੇ ਦਾ ਸੀ, 2 ਦਿਨ ਹੋਇਆ ਉੱਥੇ। ਸੋ ਉਸ ਡਰਾਮੇ ਤੋਂ ਬਾਅਦ ਫੇਰ ਤਾਂ ਚਲੋ ਹੀ ਚੱਲ, ਉਸ ਤੋਂ ਮਹੀਨੇ ਕੁ ਬਾਅਦ ਅਸੀਂ ਜਲੰਧਰ, ਕਿਉਂਕਿ ਮੈਂ ਉਦੋਂ ਸਕੂਲ ਦੇ ਵਿੱਚ ਇੱਕ ਟੀਚਰ ਵੀ ਲੱਗੀ ਹੋਈ ਸੀ 12ਵੀਂ ਤੋਂ ਬਾਅਦ ਹੀ। ਸੋ ਨਾਲ ਫਿਰ ਮੈਂ ਜਦੋਂ ਛੁੱਟੀਆਂ ਹੁੰਦੀਆਂ ਜਾਂ ਹਮੇਸ਼ਾ ਹੀ ਛੁੱਟੀ ਲੈ ਕੇ ਕਦੀ ਚਲੀ ਗਈ ਸਕੂਲ, ਕਦੀ, ਕਿਉਂਕਿ ਉਹ ਸਕੂਲ ਵੀ ਇੱਕ ਕਿਸਮ ਦਾ ਘਰ ਦਾ ਸਕੂਲ ਹੀ ਸੀ, ਜੇ ਜੀ ਕੀਤਾ ਉੱਥੇ ਪੜ੍ਹਾ ਲਿਆ, ਨਾ ਕੀਤਾ ਛੁੱਟੀ ਲੈ ਕੇ ਚਲੀ ਗਈ। ਸੋ ਉਹ ਤੋਂ ਬਾਅਦ ਅਸੀਂ ਜਲੰਧਰ ਕਾਨਫਰੰਸ ਹੋਈ ਸੀ ਇਪਟਾ ਦੀ, ਜਿਸ ਕਾਨਫਰੰਸ ਦੇ ਵਿੱਚ ਦਿੱਲੀ ਤੋਂ ਸ਼ੀਲਾ ਭਾਟੀਆ ਦਾ ਗਰੁੱਪ ਕਾਲ ਆਫ ਦਾ ਵੈਲੀ ਡਰਾਮਾ ਲੈ ਕੇ ਆਏ ਸੀ, ਤੇ ਇਧਰੋਂ ਸਾਡੇ ਵੱਲੋਂ ਤੇਰਾ ਸਿੰਘ ਚੰਨ ਹੋਰਾਂ ਦਾ ਆਖਰੀ ਪੜਾਓ ਡਰਾਮਾ ਖੇਡਿਆ ਗਿਆ। ਔਰ ਗੁਰਬਖਸ਼ ਸਿੰਘ ਹੋਰਾਂ ਦੀ ਬੇਟੀ ਪ੍ਰਤਿਮਾ, ਉਹਨੇ ਸੰਤ ਸਿੰਘ ਸੇਖੋਂ ਦੀ ਕਿਤਾਬ ਵਿੱਚੋਂ ਧਰਤੀ ਮੰਗਦੀ ਮੀਂਹ ਵੇ, ਉਹ ਕਿਤਾਬ ਦਾ ਨਾਮ ਹੈ, ਉਹਦੇ ਵਿੱਚ ਅਮਨ ਦੀਆਂ ਬੋਲੀਆਂ ਲੈ ਕੇ ਉਹਨੂੰ ਅਸੀਂ ਕਿਹਾ ਘੁੱਗੀਆਂ ਦੀਆਂ ਡਾਰਾਂ ਬਣਾ ਕੇ ਇੱਕ ਛੋਟਾ ਜਿਹਾ ਸੰਗੀਤ ਰੂਪਕ ਪੇਸ਼ ਕੀਤਾ। ਸੋ ਮੈਂ ਆਖਰੀ ਪੜਾਅ ਦੇ ਵਿੱਚ ਰੁਖਸਾਨਾ ਦਾ ਰੋਲ ਕੀਤਾ ਸੀ, ਵੇਦ ਵਿਆਸ ਸਿਕੰਦਰ ਦੀ ਮਹਿਬੂਬਾ ਦਾ। ਵੇਦ ਵਿਆਸ ਸਿਕੰਦਰ ਬਣਿਆ ਸੀ ਦਿੱਲੀ ਤੋਂ, ਵੇਦ ਵਿਆਸ ਜੀ। ਸੋ ਉਹ ਵੀ ਬੜਾ ਕਾਮਯਾਬ ਹੋਇਆ। ਫਿਰ ਉਸ ਤੋਂ ਬਾਅਦ ਅਮਰਜੀਤ ਗੁਰਦਾਸਪੁਰੀ ਹੋਰੀ ਜਾਣਦੇ ਆ ਕਿ ਅਸੀਂ ਕਦੀ ਕਪੂਰਥਲੇ ਦੇ ਕਿਸੇ ਪਿੰਡ 'ਚ ਇੱਕ ਵਾਰੀ ਗੱਡੇ ਦੇ ਉੱਪਰ ਵੀ ਹਾੜੀਆਂ ਸੌੜੀਆਂ ਕੀਤੀਆਂ,
ਤੇ ਕਪੂਰਥਲੇ ਦੇ ਕੋਲ ਪਿੰਡ ਸੀ, ਪਿੰਡ ਦਾ ਨਾਂ ਨਹੀਂ ਮੈਨੂੰ ਆਉਂਦਾ। ਤੇ ਫਿਰ ਬਾਹਰ ਹੀ ਥੜੇ ਦੇ ਉੱਤੇ ਸਾਰੇ ਕਿਸ ਤਰ੍ਹਾਂ ਪਏ, ਮੈਨੂੰ ਹੁਣ ਤੱਕ ਉਹ ਯਾਦ ਆਉਂਦਾ ਕਿ ਸਾਰੇ ਇੱਕ ਦੂਸਰੇ ਦੇ ਇੰਨੇ ਹੈਲਪਫੁਲ ਸੀ। ਅਸੀਂ 5-6 ਲੜਕੀਆਂ, ਇਹ ਸਾਰੇ ਅਮਰਜੀਤ ਗੁਰਦਾਸਪੁਰੀ, ਰੈਸ ਸਾਹਿਬ, ਇਹ ਸਾਰੇ ਆਪਣੇ, ਤੇ ਚੰਨ ਹੋਰੀ ਸਾਨੂੰ ਇਦਾਂ ਲੱਗਦੇ ਹੁੰਦੇ ਸੀ ਜਿਸ ਤਰ੍ਹਾਂ ਇੱਕ ਫਾਦਰ, ਕੁੜੀਆਂ ਨੂੰ ਤਾਂ ਆਪਣੇ ਪਿਤਾ ਸਮਾਨ ਲੱਗਦੇ ਸੀ। ਔਰ ਇੰਨਾ ਉਹ ਗੁੱਡ ਆਰਗੇਨਾਈਜ਼ਰ ਸਨ, ਇੰਨੇ ਉਹ ਅੱਛੇ ਨਿਮਰਤਾ ਵਾਲੇ ਇਨਸਾਨ ਸਨ। ਉਹਨਾਂ ਦੀ ਮਿਹਨਤ ਸਦਕਾ ਇਪਟਾ ਦਿਨੋਂ ਦਿਨ ਪੰਜਾਬ ਵਿੱਚ ਤਰੱਕੀ ਕਰਦੀ ਰਹੀ। ਔਰ ਫਿਰ ਮੈਨੂੰ ਯਾਦ ਹੈ ਇੱਕ, ਕਿਉਂਕਿ ਅਸੀਂ ਰਿਹਰਸਲਾਂ ਤਾਂ ਕਰਦੇ ਹੁੰਦੇ ਸੀ, ਕਦੇ ਪ੍ਰੀਤ ਨਗਰ ਜਾਂ ਜਲੰਧਰ ਵੀ, ਤੇ ਜਾਂ ਸੰਤ ਉਹ ਜਿਹੜੇ ਸੂਰਤ ਸਿੰਘ, ਡਾਕਟਰ ਸੂਰਤ ਸਿੰਘ ਅੰਮ੍ਰਿਤਸਰ ਦੇ ਇੱਕ ਬੜੇ, ਉਹ ਵੀ ਬਹੁਤ ਵੱਡੇ ਸਨ, ਜਾਨੀ ਕਿ ਸਮਾਜ ਸੁਧਾਰਕ ਕਹਿ ਲੋ। ਔਰ ਉਹ ਕਾਮਰੇਡਾਂ ਦਾ ਇੱਕ ਖਾਸ ਪੱਕਾ ਟਿਕਾਣਾ ਸੀ ਉੱਥੇ। ਖਾਲਸਾ ਕਾਲਜ ਦੇ ਸਾਹਮਣੇ ਪਾਸੇ, ਹਾਂਜੀ, ਖਾਲਸਾ ਕਾਲਜ ਦੇ ਸਾਹਮਣੇ। ਸਵਰਨ ਜਾਣਦੇ ਨੇ, ਇਹ ਵੀ ਮੈਨੂੰ ਉੱਥੇ ਮਿਲਿਆ ਸੀ ਜਦੋਂ 9ਵੀਂ 10ਵੀਂ ਚ ਪੜ੍ਹਦਾ ਸੀ ਸਵਰਨ। ਅੱਛਾ। ਇਹ ਆਪਣੇ, ਕਿਉਂਕਿ ਇਹਦਾ ਵੱਡਾ ਬ੍ਰਦਰ ਉੱਥੇ ਡਿਸਪੈਂਸਰੀ ਵਿੱਚ ਲੱਗੇ ਹੋਏ ਸੀ। ਸੋ ਸਾਨੂੰ ਮਾਨ ਸਾਹਿਬ ਨੂੰ ਉਹਨਾਂ ਨੇ ਨਾ, ਉਹਨਾਂ ਦੀ ਵੱਡੀ ਬੇਟੀ ਹਰਬੰਸ ਭੈਣ ਜੀ, ਉਹਨਾਂ ਨੇ ਮਾਨ ਸਾਹਿਬ ਨੂੰ ਆਪਣਾ ਬੇਟਾ ਬਣਾਇਆ ਹੋਇਆ ਸੀ, ਕਿਉਂਕਿ ਮਾਨ ਸਾਹਿਬ ਦੇ ਆਪਣੇ ਮੰਮੀ ਪਾਪਾ ਹੈ ਨਹੀਂ ਸੀ। ਵਿਆਹ ਵੀ ਮੇਰਾ ਉਹਨਾਂ ਦੇ ਘਰ ਹੀ ਹੋਇਆ ਸੀ, ਡਾਕਟਰ ਸੂਰਤ ਸਿੰਘ ਹੋਰਾਂ ਦੇ। ਸੋ ਉਹ ਸਾਡਾ ਪੱਕਾ ਟਿਕਾਣਾ ਸੀ। ਇਧਰੋਂ ਉਧਰੋਂ ਘੁੰਮਦੇ, ਕਦੀ ਪ੍ਰੀਤ ਨਗਰ ਰਿਹਰਸਲਾਂ ਹੋ ਰਹੀਆਂ ਤੇ ਅਸੀਂ ਉੱਥੇ ਆਉਂਦੇ ਸੀ, ਜ਼ਿਆਦਾ ਅੰਮ੍ਰਿਤਸਰ ਹੀ ਰਹਿਣਾ। ਤੇ ਅਮਰਜੀਤ ਨੂੰ ਯਾਦ ਹੋਣਾ ਕਿ ਪਹਿਲੀ ਵਾਰ ਅਸੀਂ ਕੀਤਾ ਸੀ ਅਮਰ ਪੰਜਾਬ, ਚਿਤਰਾ ਟਾਕੀ ਉਹਦਾ ਨਾਮ ਸੀ ਅੰਮ੍ਰਿਤਸਰ ਦੇ ਉਸ ਸਿਨੇਮੇ ਦਾ। ਹਾਂਜੀ, ਹੁਣ ਤਾਂ ਪਤਾ ਨਹੀਂ ਉਹਦਾ ਕੀ ਨਾਮ ਹੈ। ਨਹੀਂ, ਇਹੀ ਨਾਮ ਹੈ, ਹੈਗੀ ਅਜੇ ਉਹੀ ਹੀ ਬਚਿਆ ਸਿਨੇਮਾ ਹੁਣ ਹੈਗਾ। ਅੱਛਾ ਜੀ। ਉੱਥੇ ਡਰਾਮਾ ਅਮਰ ਪੰਜਾਬ ਤੇ ਹਾੜੀਆਂ ਸੌਣੀਆਂ, ਇਹ ਅਸੀਂ ਕੀਤਾ ਸੀ। ਤੇ ਉਦੋਂ ਅਸੀਂ, ਕਿਉਂਕਿ ਪੈਸੇ ਭੇਜਣੇ ਸੀਗੇ ਹੜ੍ਹ ਪੀੜਤਾਂ ਨੂੰ, ਬੰਗਾਲ ਦੇ ਵਿੱਚ ਹੜ੍ਹ ਪੀੜਤਾਂ ਨੂੰ, ਸੋ ਟਿਕਟ ਵੀ ਲਾਇਆ ਸੀ, ਸਿਰਫ ਬਹੁਤ ਛੋਟਾ ਮਾਈਨਰ। ਤੇ ਉਹ ਹਾਲ ਦੇ ਨਾ ਦਰਵਾਜ਼ੇ ਵੀ ਟੁੱਟ ਗਏ ਸੀ, ਇੰਨਾ ਰਸ਼ ਹੋ ਗਿਆ ਸੀ ਉੱਥੇ। ਕਿਉਂਕਿ ਸੁਰਿੰਦਰ ਕੌਰ ਜਦੋਂ ਆ ਜਾਂਦੀ ਸੀ, ਤੁਹਾਨੂੰ ਪਤਾ ਉਹਦਾ ਨਾਂ ਸੁਣ ਕੇ ਲੋਕੀ ਆਉਂਦੇ। ਜਦੋਂ ਉਸ ਡਰਾਮੇ ਦੇ ਸ਼ੁਰੂ ਵਿੱਚ ਅਮਰ ਪੰਜਾਬ ਦੇ ਵਿੱਚ ਕਮਲਜੀਤ ਸੂਰੀ ਬੰਸਰੀ ਵਜਾਉਂਦਾ, ਬਹੁਤ ਬਹੁਤ ਕਮਾਲ ਦੀ ਬੰਸਰੀ। ਉਸ ਤੋਂ ਬਾਅਦ ਅਮਰਜੀਤ ਗੁਰਦਾਸਪੁਰੀ ਆਉਂਦਾ, ਹੀਰ ਗਾਉਂਦਾ, ਹੀਰ ਦੇ ਬੰਦ, ਜਾਨੀ ਭਾਈਆਂ ਬਾਜਣਾ ਮਜਲਸਾਂ ਸੋਹੰਦੀਆਂ ਨੇ, ਇਹ ਹੀਰ ਦਾ ਬੰਦ ਗਾਉਂਦਾ ਸੀ। ਤੇ ਉਸ ਤੋਂ ਬਾਅਦ ਫਿਰ ਡਰਾਮਾ ਸ਼ੁਰੂ ਹੁੰਦਾ। ਉਹਦੇ ਵਿੱਚ ਉਦੋਂ ਸੁਰਿੰਦਰ ਕੌਰ ਪਾਰਟ ਨਹੀਂ ਸੀ ਉਸ ਵਿੱਚ ਲਿਆ, ਉਹਨੇ ਸਿਰਫ ਬੈਕਗਰਾਉਂਡ ਗਾਣੇ ਗਾਉਂਦੀ ਸੀ। ਤੇ ਜਦੋਂ ਅਸੀਂ ਕਰਦੇ ਸੀ ਹਾੜੀਆਂ ਸੌਣੀਆਂ, ਇੱਕ ਪਾਸੇ ਭੈਣ ਜੀ ਉਮਾ ਭੈਣ ਜੀ, ਦੂਜੇ ਪਾਸੇ ਮੈਂ ਬਣਦੀ ਸੀ ਹਾੜੀ, ਉਹ ਬਣਦੀ ਸੀ ਸੋਣੀ। ਅਸੀਂ 4 ਕੁੜੀਆਂ, ਔਰ ਕੁੜੀਆਂ ਵੀ ਉਦੋਂ ਨਾ ਲੱਭਣ। ਫੇਰ ਚੰਨ ਹੋਰੀ ਪਤਾ ਨਹੀਂ ਕਿਸ ਤਰ੍ਹਾਂ ਇਕੱਠੀਆਂ ਕਰਕੇ ਲਿਆਏ ਲੜਕੀਆਂ, ਤੇ ਤਾਂ ਕਰਕੇ ਅਸੀਂ ਉਹ ਡਰਾਮਾ, ਉਹ ਹਾੜੀਆਂ ਸੋਣੀ ਕੀਤੀਆਂ। 8 ਕੁੜੀਆਂ ਚਾਹੀਦੀਆਂ ਸੀ। ਸੋ ਇਦਾਂ ਦੇ ਸਾਰੇ ਐਕਸਪੀਰੀਅੰਸਿਸ ਨੇ। ਉਸ ਤੋਂ ਬਾਅਦ ਅਸੀਂ, ਕਿਉਂਕਿ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਪਟਾ ਦੀਆਂ ਗਤੀਵਿਧੀਆਂ ਤਾਂ ਪੰਜਾਬ 'ਚ 1950 ਤੋਂ ਹੋ ਗਈਆਂ ਸੀ, ਭਾਵੇਂ ਮੈਂ 1950 'ਚ ਨਹੀਂ ਰਲੀ, ਪਰ ਦਿੱਲੀ ਤੋਂ ਇਹ ਸਾਰੇ ਗਏ ਸੀ ਕਾਨਫਰੰਸ ਤੇ। ਬੰਬੇ ਕਾਨਫਰੰਸ ਹੋਈ ਸੀ, ਜਿਹਦੇ ਵਿੱਚ ਬਾਹਰਲਾ ਵੀ ਗਿਆ ਸੀ ਉਦੋਂ। ਔਰ ਚੰਨ ਹੋਰੀ, ਨਰਿੰਜਨ ਹੋਰੀ ਮੇਰੇ ਹਸਬੈਂਡ, ਤੇ ਸੁਰਿੰਦਰ ਕੌਰ 1950 'ਚ ਪ੍ਰੋਫੈਸਰ ਸਾਹਿਬ ਨੂੰ ਪਹਿਲੀ ਵਾਰੀ ਉਹ ਮਿਲੇ। ਹੁਣ ਤਾਂ ਖੈਰ ਉਹਨਾਂ ਦੀ ਫੈਮਿਲੀ ਨਾਲ ਸਾਡੇ ਬਹੁਤ ਕਲੋਜ਼ ਰਿਲੇਸ਼ਨ ਰਹੇ ਨੇ। ਸੋ ਇਹ ਕੀ ਹੋ ਗਿਆ, ਠੀਕ ਹੈ, ਠੀਕ ਚੱਲ ਰਿਹਾ ਜੀ। ਹਾਂਜੀ, ਅੱਛਾ ਜੀ। ਸੋ ਮੈਂ ਦੱਸਣਾ ਚਾਹੁੰਦੀ ਸੀ ਕਿ ਉਸ ਤੋਂ ਬਾਅਦ ਫਿਰ ਕੈਲਕਟਾ ਲੱਕੜ ਦੀ ਲੱਤ ਡਰਾਮਾ ਕੀਤਾ। ਮੈਂ ਤਾਂ ਉਦੋਂ ਨਹੀਂ ਸੀ, ਪਰ ਮੈਨੂੰ ਪ੍ਰੈਸ ਸਾਹਿਬ ਨੇ ਦੱਸਿਆ, ਇਹ ਵੀ 1951 ਦੀ ਗੱਲ ਹੈ। ਤੇ ਮੈਂ ਤਾਂ 52 'ਚੋਂ ਸ਼ਾਮਲ ਹੋਈ, ਪਰ 51 'ਚ ਮੇਰੀ ਸਾਂਝ ਸੀਗੀ ਪ੍ਰੈਸ ਸਾਹਿਬ ਨਾਲ, ਤੇ ਕਿਉਂਕਿ ਉਹ ਫੈਮਿਲੀ ਦੇ ਰਾਹੀਂ। ਸੋ ਉਦੋਂ ਉੱਥੇ ਕਹਿੰਦੇ ਕਲਕੱਤੇ
ਬੰਗਾਲੀ ਜਦੋਂ ਸੁਰਿੰਦਰ ਕੌਰ ਗਾਣਾ ਗਾ ਕੇ ਬੈਠੀ ਮੰਜੇ ਤੇ, ਉੱਥੇ ਨਕਲੀ ਬੱਚਾ ਸੀ ਬਣਾਇਆ ਹੋਇਆ, ਤੇ ਉਹ ਮੰਜੇ ਤੇ ਬੈਠ ਗਈ ਤੇ ਸਾਰੇ ਬੰਗਾਲੀ ਕਹਿਣ ਬੱਚਾ 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 ਮਰ ਜਾਏਗਾ, ਬੱਚਾ ਮਰ ਜਾਏਗਾ। ਸਭ ਦੱਸਦੇ। ਸੋ ਸੁਰਿੰਦਰ ਕੌਰ ਦੀ ਜਿਹੜੀ ਬੜੀ ਵੱਡੀ ਦੇਣ ਹੈ ਕਿ ਉਹ ਕਿਵੇਂ ਉਹਨਾਂ ਦਿਨਾਂ ਦੇ ਵਿੱਚ ਪੋਸਟ ਕਾਰਡ, ਪਤਾ ਚੰਨ ਹੋਰੀ ਸਾਨੂੰ ਪੋਸਟ ਕਾਰਡ ਭੇਜਦੇ ਹੁੰਦੇ ਸੀ ਬਈ ਉੱਥੇ ਪਹੁੰਚ ਜਾਓ, ਤੇ ਸਾਰੇ ਹੁਮ ਹੁਮਾ ਕੇ ਆਪਣਾ ਕਿਰਾਇਆ ਖਰਚ ਕੇ ਉੱਥੇ ਪਹੁੰਚ ਜਾਂਦੇ ਸੀ। ਤੇ ਸੁਰਿੰਦਰ ਕੌਰ ਦੇਖੋ ਦਿੱਲੀ ਤੋਂ ਆ ਜਾਂਦੀ ਸੀ। ਸੋ ਮਤਲਬ ਫਿਰ ਮਦਰਾਸ ਦੇ ਵਿੱਚ ਵੀ ਇਸ ਤਰ੍ਹਾਂ ਹੋਈ ਕਾਨਫਰੰਸ, ਜਿੱਥੇ ਫਰਿਆਦੀ ਦੀ ਵਾਈਫ ਆਸ਼ਾ ਜੀ, ਕੈਨ ਯੂ ਇਮੇਜਿਨ ਕਿ ਜਿਹੜਾ ਟੋਨੀ ਬਾਤਿਸ਼ ਵਿਚਾਰੇ ਦੀ ਡੈਥ ਹੋ ਗਈ ਨਾ, ਹਾਂਜੀ, ਇਹ ਜਦੋਂ ਅਸੀਂ ਅੰਮ੍ਰਿਤਸਰ ਹਾੜੀਆਂ ਸੋਹਣੀਆਂ ਕਰਨੀਆਂ ਸੀ, ਆਸ਼ਾ ਵੀ ਨਾਲ ਸੀ ਸਾਡੇ। ਹਾਂਜੀ। ਤੇ ਇਹ ਬਹੁਤ ਰੋਣ ਲੱਗ ਪਿਆ। ਟੋਨੀ ਬਹੁਤ ਛੋਟਾ ਸੀ, ਇਹ ਮੇਰਾ ਖਿਆਲ 2-3 ਸਾਲ ਦਾ। ਤੇ ਫਿਰ ਚੰਨ ਹੋਰੀ ਇਹਨੂੰ ਲੈ ਕੇ ਬਾਹਰ ਗਏ, ਜਾ ਕੇ ਚੁੱਪ ਕਰਾਇਆ। ਸੋ ਉਹਦਾ ਵੀ ਕਾਫੀ ਵੱਡੀ ਦੇਣ ਹੈ ਇਹਦੇ ਵਿੱਚ। ਸੋ ਇਹ ਗੱਲ। ਹੋਰ ਤੁਸੀਂ ਕੋਈ ਕੁਐਸਚਨ ਪੁੱਛ ਲਓ। ਹਾਂ, ਨਹੀਂ ਮੈਨੂੰ ਸੀ, ਮੈਂ ਕਿਹਾ ਤੁਸੀਂ ਇੱਕ ਫਲੋ ਚ ਦੱਸ ਰਹੇ ਹੋ ਤੇ ਵੱਧ ਤੋਂ ਵੱਧ ਦੱਸੋ, ਮੈਂ ਵਿੱਚ ਰੋਕਦਾ ਨਹੀਂ। ਪਰ ਮੈਂ ਬਸ ਅੱਗੇ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇੰਨਾ ਕੰਮ ਕਰਦੇ ਪਏ ਸੀ ਤੇ ਇਹਦਾ ਸਾਰਾ ਖਰਚਾ ਵਗੈਰਾ ਕਿੱਥੋਂ ਮੈਨੇਜ ਹੁੰਦਾ ਸੀ? ਤੁਸੀਂ ਇੱਕ ਤੋਂ ਦੂਜੀ ਥਾਂ ਪਹੁੰਚਦੇ ਸੀ, ਇੰਨੀ ਮਿਹਨਤ ਕਰਦੇ ਸੀ, ਇਹ ਰਿਹਰਸਲਾਂ ਕਰਦੇ ਸੀ, ਇਹ ਕਿੱਦਾਂ ਫਿਰ ਪਰਿਵਾਰ ਦੇ ਨਾਲ ਸਾਰਾ ਤੁਸੀਂ ਕੰਮ ਕਰਦੇ ਸੀ? ਕਿਉਂਕਿ ਮੈਂ ਜੌਬ ਕਰਦੀ ਸੀ ਨਾ, ਤੁਹਾਨੂੰ ਦੱਸਿਆ। ਹਾਂਜੀ, ਮੈਂ ਟੀਚਰ ਸੀ। ਉਹ ਸਕੂਲ ਵੀ ਏਦਾਂ ਸੀ ਵੀ ਬਿਲਕੁਲ ਆਪਣਾ ਹੀ ਕਹਿ ਲਓ। ਤੇ ਜਦੋਂ ਦਿਲ ਕਰਦਾ, ਛੁੱਟੀਆਂ ਵੀ ਉਹਨਾਂ ਦਿਨਾਂ ਚ 2-2 ਮਹੀਨੇ ਦੀਆਂ ਹੁੰਦੀਆਂ ਸੀ, ਪਰ ਮੈਂ ਹਮੇਸ਼ਾ ਉੱਡੀ ਰਹਿੰਦੀ ਸੀ। ਉਹ ਮੈਨੂੰ ਕੁਛ ਨਹੀਂ ਸੀ ਕਹਿੰਦੇ। ਜਦੋਂ ਆ ਗਈ ਥੋੜਾ ਜਿਹਾ ਪੜ੍ਹਾ ਲਿਆ। ਉਹਨਾਂ ਦਿਨਾਂ ਦੇ ਵਿੱਚ ਉਹ ਸਕੂਲ ਵੀ ਮੈਂ ਦੱਸ ਦਿੰਦੀ ਹਾਂ, ਕਿਉਂਕਿ ਕਈ ਸਾਡੇ ਸਮਾਜ ਵਿੱਚ ਜਿੱਥੇ ਬਾਬੇ ਸੰਤ, ਅੱਜ ਕੱਲ ਤੁਹਾਨੂੰ ਪਤਾ ਹੀ ਉਹਨਾਂ ਦਾ ਕੀ ਰੋਲ ਹੈ, ਪਰ ਕੋਈ ਜ਼ਮਾਨਾ ਸੀ, ਸੰਤ ਨਿਰੰਜਨ ਸਿੰਘ ਸੀ ਉਹਨਾਂ ਦਾ ਨਾਮ ਵੀ। ਉਹ ਮੋਹੀ ਪਿੰਡ ਦੇ ਵਿੱਚ ਪਹਿਲਾਂ ਮਿਲਟਰੀ ਚੋਂ ਆਏ ਸੀ। ਉਹ ਮੇਰੇ ਦਰਅਸਲ ਫਾਦਰ ਨੂੰ ਜਾਣਦੇ ਸੀ। ਮੇਰੇ ਪਿਤਾ ਜੀ ਮਿਲਟਰੀ ਦੇ ਵਿੱਚੋਂ ਹੀ ਡਿਪਟੀ ਡਾਇਰੈਕਟਰ ਵੈਟਰਨਰੀ ਵਿਭਾਗ ਰਿਟਾਇਰ ਹੋਏ ਸੀ, ਤੇ ਉਹ ਉਹਨਾਂ ਨੂੰ ਜਾਣਦੇ ਸੀ ਮਿਲਟਰੀ ਚ। ਤੇ ਉਹ ਸਕੂਲ ਸੀਗਾ, ਜਦੋਂ ਮੈਨੂੰ ਜੀ ਕਰਦਾ ਮੈਂ ਕਹਿਣਾ ਮੈਂ ਜਾਣਾ ਹੁਣ ਬਾਬਾ ਜੀ, ਉਹਨਾਂ ਨੇ ਮੈਨੂੰ ਭੇਜ ਦਿੰਦੇ ਸੀ। ਸੋ 120 ਰੁਪਏ ਉਦੋਂ ਮੈਨੂੰ ਤਨਖਾਹ ਮਿਲਦੀ ਸੀ, ਉਹ ਖਰਚ ਕਰਦੇ ਸੀ। ਬਾਕੀ ਚੰਨ ਹੋਰਾਂ ਨੂੰ ਥੋੜੇ ਬਹੁਤੇ ਪਾਰਟੀ ਵੱਲੋਂ ਮੇਰਾ ਖਿਆਲ ਹੈ 50 ਰੁਪਏ ਮਿਲਦੇ ਹੋਣੇ ਆ। ਮਾਨਸਾ ਫਿਰ ਅਮਨ ਲਹਿਰ ਦੇ ਪਹਿਲੇ ਜਨਰਲ ਸੈਕਟਰੀ ਬਣੇ ਸੀ ਨਾ ਜੀ, ਪਹਿਲੇ ਜਨਰਲ ਸੈਕਟਰੀ ਅਮਨ ਲਹਿਰ ਦੇ ਅੰਮ੍ਰਿਤਸਰ ਦੇ ਵਿੱਚ, ਤੇ ਗੁਰਬਖਸ਼ ਸਿੰਘ ਜੀ ਪ੍ਰੈਜ਼ੀਡੈਂਟ ਸਨ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਸਨ 1953-54 ਦੀ ਗੱਲ ਹੈ। ਅਮਨ ਫੇਰੀ ਕੀਤੀ ਸੀ ਸੈਫੁਦੀਨ ਕਿਚਲੂ ਹੋਰਾਂ ਨੇ ਪੰਜਾਬ ਚ ਜੀ, ਜਿਨ੍ਹਾਂ ਦੇ ਨਾਲ ਕਦੀ ਕਿਤੇ ਕਦੀ ਗੜਦੀ ਵਾਲੇ ਇਹ ਗੁਰਬਚਨ ਭੁੱਲਰ ਹੋਰੀ ਉਦੋਂ ਛੋਟੇ ਸੀ, ਉਹ ਵੀ ਦੇਖਦੇ, ਉਹਨਾਂ ਮੈਨੂੰ ਦੱਸਦੇ ਨੇ, ਕਹਿੰਦੇ ਮੈਂ ਫਲਾਣੀ ਥਾਂ ਵੀ ਦੇਖਿਆ ਸੀ, ਨਿਰੰਜਨ ਦੀ ਆਵਾਜ਼ ਸੁਣੀ ਸੀ ਵੀ ਮੈਂ ਉਦੋਂ ਦਾ ਬਹੁਤ ਜ਼ਿਆਦਾ ਹੋ ਗਿਆ, ਆਵਾਜ਼ ਦੇ ਨਾਲ ਜੁੜ ਗਿਆ ਵੀ ਇੰਨੀ ਅੱਛੀ ਆਵਾਜ਼। ਸੋ ਉਹ ਸੈਫੁਦੀਨ ਕਿਚਲੂ ਹੋਰਾਂ ਦੇ ਨਾਲ ਇੱਕ ਵਾਰੀ ਮੈਂ ਵੀ ਬਾਹਰਲੇ ਦਾ ਪਿੰਡ ਬਾੜੇਵਾਲ, ਬਾਹਰਲੇ ਦੇ ਪਿੰਡ ਦੇ ਕੋਲੇ ਬਾੜੇਵਾਲ ਹੈ ਪਿੰਡ ਇੱਕ, ਉੱਥੇ ਅਮਨ ਦੀ ਕਾਨਫਰੰਸ ਹੋਈ ਸੀ। ਪਹਿਲਾਂ ਹੁਸ਼ਿਆਰਪੁਰ ਹੋਈ ਸੀ। ਅਸੀਂ ਸਾਰੇ ਹੁਸ਼ਿਆਰਪੁਰ ਤੋਂ ਬਾਈ ਕਾਰ ਇੱਥੇ ਆਏ ਸੀ। ਸੈਫੁਦੀਨ ਕਿਚਲੂ ਉਸੇ ਕਾਰ ਚ, ਸੁਰਿੰਦਰ ਕੌਰ ਸੋਢੀ ਸਾਹਿਬ, ਸੁਰਿੰਦਰ ਕੌਰ ਦਾ ਭਰਾ ਕਾਰ ਚਲਾ ਰਿਹਾ ਸੀ, ਨਿੱਕੀ ਜਿਹੀ ਡੋਲੀ, ਤੇ ਅਸੀਂ ਸਾਰੇ ਬਾੜੇਵਾਲ ਪਹੁੰਚੇ ਸੀ। ਉੱਥੇ ਕਾਨਫਰੰਸ ਹੋਈ। ਕੈਨ ਯੂ ਇਮੇਜਿਨ ਬਈ ਪਿੰਡ ਵਾਲਿਆਂ ਨੇ ਸਾਡੀ ਇੰਨੀ ਜਾਨੀ ਸਾਨੂੰ ਆਓ ਭਗਤ ਕੀਤੀ। ਇੱਕ ਕਮਰਾ ਸੀ, ਉਹ ਜ਼ਮਾਨਾ ਸੋਚੋ ਤੁਸੀਂ, ਇੱਕ ਕਮਰਾ। ਸੈਫੁਦੀਨ ਕਿਚਲੂ ਇੰਨੇ ਹਸਮੁਖ ਸੁਭਾਅ ਦੇ ਇਨਸਾਨ ਸਨ। ਮੈਂ ਉਹਨਾਂ ਦੇ ਦਰਸ਼ਨ ਕੀਤੇ ਆ ਤੇ ਮੈਨੂੰ ਇੰਨੀ ਖੁਸ਼ੀ ਹੁੰਦੀ ਆ ਵੀ ਏਦਾਂ ਦੇ ਇਨਸਾਨ ਵੀ ਦੁਨੀਆ ਦੇ ਵਿੱਚ ਹੋ ਕੇ ਚਲੇ ਗਏ ਸਾਡੇ ਹਿੰਦੁਸਤਾਨ। ਬਹੁਤ ਵੱਡੀ ਹਸਤੀ ਸੀਗੇ ਜੀ, ਬਹੁਤ ਵੱਡੀ। ਹਾਂਜੀ, ਔਰ ਮੈਨੂੰ ਬੜਾ ਚੰਗਾ ਲੱਗ ਰਿਹਾ ਕਿ ਤੁਹਾਡੇ ਕੋਲੋਂ ਸੁਣਨਾ ਵੀ ਤੁਸੀਂ ਸੈਫੁਦੀਨ ਕਿਚਲੂ ਨੂੰ ਮਿਲੇ ਹੋਏ ਹੋ। ਕਿੱਡੀ ਵੱਡੀ ਗੱਲ ਹੈ, ਬੜੀ ਅੱਗੇ ਸੁਣ ਬੇਟਾ, ਦੇ ਅੱਗੇ ਸੁਣ। ਇੱਕ ਕਮਰਾ ਸੀ, ਬੈਠਕ ਕਿਸੇ ਪਿੰਡ ਦੇ ਘਰ ਦੀ। ਉਸ ਬੈਠਕ ਵਿੱਚ ਇੱਕ ਮੰਜਦੀਨ ਕਿਚਲੂ, ਇੱਕ ਮੰਜੇ ਤੇ ਸੁਰਿੰਦਰ ਕੌਰ, ਤੇ ਇੱਧਰ ਸੋਢੀ ਸਾਹਿਬ, ਇੱਧਰ ਕਿਤੇ ਅਸੀਂ 6 ਜਣੇ
ਨਿਰੰਜਨ ਉਸੇ ਮੰਜੇ ਦੇ ਉੱਤੇ ਸੁੱਤੇ ਸੀ, ਉਸੇ ਕਮਰੇ ਦੇ ਵਿੱਚ ਸੁੱਤੇ ਸੀ, 6 ਮੰਜੀਆਂ ਢਾ ਕੇ। ਔਰ ਸਾਨੂੰ ਘੁੱਗੀਆਂ ਵਾਲੀਆਂ ਪਿੰਡ ਵਾਲਿਆਂ ਨੇ ਇੰਨੀਆਂ ਨਵੀਆਂ ਰਜਾਈਆਂ ਦਿੱਤੀਆਂ, ਸਰਦੀਆਂ ਸੀ ਉਦੋਂ, ਸਰਦੀਆਂ ਦਾ ਮੌਸਮ ਸੀ, ਤੇ ਸਵੇਰ ਨੂੰ ਵੱਡੇ ਵੱਡੇ ਗਲਾਸਾਂ 'ਚ ਚਾਹ ਪਰੌਂਠੇ ਆ ਗਏ। ਸੁਰਿੰਦਰ ਕੌਰ ਨੂੰ ਫਿਰ ਮੈਂ ਲੈ ਕੇ ਗਈ ਬਾਹਰ ਪਿੰਡ 'ਚ, ਉਹਨੂੰ ਪਤਾ ਨਹੀਂ ਸੀ ਵੀ ਕਿੱਦਾਂ ਬਾਹਰ ਪਿੰਡ 'ਚ ਜਾਣਾ। ਅਸੀਂ ਸਵੇਰੇ ਸਵੇਰੇ ਪਾਣੀ ਦਾ ਕਮੰਡਲ ਚੁੱਕ ਕੇ ਮੈਂ ਉਹਨੂੰ ਦੱਸਿਆ ਵੀ ਇੰਝ ਕਰਨਾ, ਤੂੰ ਸ਼ਹਿਰ ਦੀ ਕੁੜੀ ਜੰਮੀ। ਸੋ ਸੁਰਿੰਦਰ ਕੌਰ ਨਾਲ ਤਾਂ 1952 ਤੋਂ ਸਾਂਝ ਬਣੀ। ਤੁਹਾਨੂੰ ਪਤਾ ਵੀ ਉਹ ਕੈਨੇਡਾ ਜਦੋਂ ਆਉਂਦੇ ਸੀ, ਮੇਰੇ ਬੇਟੇ ਰਵੀ ਦੇ ਘਰ ਹੀ ਰਹਿੰਦੇ ਸੀ ਸਾਡੇ ਕੋਲੇ। ਡੋਲੀ ਵੀ ਬੜੀ ਵਾਰੀ ਆ ਕੇ ਰਹੀ ਹੈ। ਸੋ ਉਹ ਦੇਖੋ ਹੁਣ ਤੱਕ ਨਹੀਂ ਮੈਨੂੰ ਉਹ ਸਮਾਂ ਭੁੱਲਦਾ ਕਿ ਵੀ ਇਸ ਤਰ੍ਹਾਂ ਸੀ ਗੜਦੇ ਵਾਲੇ। ਪ੍ਰੀਤ ਆਂਟੀ, ਮੈਂ ਚਾਹੁੰਦਾ ਤੁਸੀਂ ਆਪਣੇ ਹੋਰ ਸਾਥੀ ਵੀ ਜਿਹੜੇ ਸੀ ਇਸ ਲਹਿਰ 'ਚ, ਜਿਹੜੇ ਤੁਹਾਡੇ ਨਾਲ ਸੀਗੇ, ਐਕਟਰ, ਸਿੰਗਰ, ਉਹਨਾਂ ਦਾ ਜ਼ਰਾ ਜ਼ਿਕਰ ਕਰੋ ਥੋੜਾ ਜਿਹਾ, ਤਾਂ ਕਿ ਸਾਡੇ ਕੋਲ ਰਿਕਾਰਡ ਹੋ ਜਾਵੇ ਕਿ ਇਹ ਲੋਕ ਸੀਗੇ ਸਾਰੇ। ਦੇਖੋ ਕਮਲਜੀਤ ਸੂਰੀ, ਹਾਂਜੀ, ਬਹੁਤ, ਇਹ ਤਾਂ ਬਹੁਤ ਜ਼ਿਆਦਾ ਐਕਟਿਵ ਸੀ ਜੀ। ਤੇ ਉਹਨਾਂ ਦਿਨਾਂ ਦੇ ਵਿੱਚ ਨਾ, ਦਰਅਸਲ ਜਦੋਂ ਕਿ ਮੈਂ ਐਕਟਿਵ ਸੀ ਉਦੋਂ ਆਪਣਾ ਸਵਰਨ ਤਾਂ ਬਹੁਤ ਛੋਟਾ ਸੀ ਨਾ, ਤੁਹਾਨੂੰ ਦੱਸਿਆ ਮੈਂ, ਤੇ ਗੁਰਚਰਨ ਹੋਰੀ, ਇਹਨਾਂ ਨੇ ਪਿੱਛੋਂ ਫੜ ਲਈ ਸਾਰੀ ਲਹਿਰ, ਪਿੱਛੋਂ ਜੁਆਇਨ ਕੀਤੇ ਆ। ਉਹਨਾਂ ਦਿਨਾਂ ਵਿੱਚ ਇਹ ਕਿਤੇ ਕਿਤੇ ਰਲਦੇ ਹੁੰਦੇ ਸੀ, ਦੇਖਦੇ ਹੁੰਦੇ ਸੀ, ਆਉਂਦੇ ਵੀ ਹੁੰਦੇ ਸੀ। ਪਰ ਮਤਲਬ ਸਾਡੇ ਕੋਲੇ ਇਹ ਸੀ ਜੋਗਿੰਦਰ ਬਾਹਰਲਾ ਤੇ ਅਮਰਜੀਤ ਤੇ ਕਮਲਜੀਤ ਸੂਰੀ, ਨਿਰੰਜਨ ਹੋਰੀ, ਤੇ ਹੋਰ ਇੱਕ ਦੋ, ਹਾਂ, ਤੇ ਹੁਸ਼ਿਆਰਪੁਰ ਵਿੱਚ ਇੱਕ ਕਾਮਰੇਡ ਸੀਗੇ ਕਰਨੈਲ ਸਿੰਘ ਕੈਲੋਈ, ਅਸੀਂ ਉਹਨਾਂ ਨੂੰ ਕਹਿੰਦੇ ਸੀ, ਉਹ ਵੀ ਨਿਰੰਜਨ ਹੋਰਾਂ ਦੇ ਦੋਸਤ ਸੀ। ਉਹਨਾਂ ਦੀ ਪਤਨੀ ਨਰਿੰਦਰ, ਤੇ ਜਲੰਧਰ ਤੋਂ ਇੱਕ ਕੁੜੀ ਸੀ, ਕੀ ਸੀ ਉਹਦਾ ਨਾਂ, ਹਾਂਜੀ, ਹਾਂ, ਉਹ ਸੀ, ਮੇਰੇ ਨਾਂ ਇਸ ਵੇਲੇ ਨਹੀਂ ਯਾਦ ਆ ਰਿਹਾ। ਤੇ ਇੱਕ ਕਪੂਰਥਲੇ ਦੀਆਂ 2 ਭੈਣਾਂ ਸੀ, ਉਹਨਾਂ ਦੇ ਵੀ ਬੇਟਾ ਨਾਂ ਭੁੱਲ ਗਏ ਨੇ, ਉਹ ਆਪਣੇ ਮੰਮੀ ਪਾਪਾ ਨਾਲ ਆਉਂਦੀਆਂ ਸੀ। ਇਹ ਮੈਨੂੰ ਥੋੜਾ ਜਿਹਾ, ਜਦੋਂ ਤੁਸੀਂ ਪ੍ਰੀਤ ਨਗਰ ਰਹਿ ਕੇ ਤਿਆਰੀਆਂ ਕਰਦੇ ਸੀ ਤੇ ਉਸ ਵੇਲੇ ਕਿੱਦਾਂ ਦਾ ਮਾਹੌਲ ਹੁੰਦਾ ਸੀ ਪ੍ਰੀਤ ਨਗਰ 'ਚ ਜਦੋਂ, ਤੇ ਉਹ ਥੋੜਾ ਜਿਹਾ ਦੱਸੋ ਉੱਥੋਂ ਦੇ ਮਾਹੌਲ ਬਾਰੇ। ਹਾਂਜੀ ਬੇਟਾ, ਪ੍ਰੀਤ ਨਗਰ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹੁਣ ਵਾਲੀ ਕੋਠੀ ਨਾ ਮਾਲਨੀ, ਹਾਂਜੀ, ਇਹ ਅਜੇ, ਇਹ ਤਾਂ ਬਾਅਦ 'ਚ ਬਣੀ ਹੈ। ਉਦੋਂ ਦੂਸਰੀ ਕੋਠੀ ਹੁੰਦੀ ਸੀ ਜਿੱਥੇ ਦਰਜੀ ਹੋਰੀ ਰਹਿੰਦੇ ਸੀ, ਜਿੱਥੇ ਫਿਰ ਬਾਅਦ ਵਿੱਚ ਆਪਣੇ ਇਹ ਰਹਿਣ ਲੱਗੇ ਨਵਤੇਜ ਹੋਰੀ। ਨਵਤੇਜ ਜੀ, ਹਾਂਜੀ। ਤੇ ਇਹ ਮਾਲਨੀ ਫਿਰ ਬਣੀ ਆ, ਉਹ ਮੈਂ ਦੱਸਦੀ ਹਾਂ, ਉਹ ਵੀ ਪ੍ਰੀਤ ਮਿਲਣੀਆਂ ਦੇ। ਅਸੀਂ ਚੰਨ ਹੋਰੀ ਉਦੋਂ ਪ੍ਰੀਤ ਲੜੀ ਦੇ ਵਿੱਚ ਕੰਮ ਕਰਦੇ ਸੀ, ਪ੍ਰੀਤ ਨਗਰ ਹੀ ਰਹਿੰਦੇ ਸੀ, ਤੇਰਾ ਸਿੰਘ ਚੰਨ ਹੋਰੀ। ਤੇ ਕੁਝ ਬੰਦੇ ਇਹਨਾਂ ਦੇ ਘਰ, ਹਾਂ ਮੈਨੂੰ ਯਾਦ ਆਇਆ, ਕੁੜੀ ਹਰਦੇਵ ਵੀ ਸੀ ਮੇਰੀ ਸਹੇਲੀ, ਤੇ ਸੁਰਜੀਤ ਵੀ ਇੱਕ ਲੜਕੀ ਸੀ, ਤੇ ਇਹਨਾਂ ਦੇ ਘਰ ਉਹ ਲੜਕੀਆਂ ਸਾਰੀਆਂ ਰਹਿੰਦੀਆਂ ਹੁੰਦੀਆਂ ਸੀ। ਮੈਂ ਤੇ ਪ੍ਰੋਫੈਸਰ ਸਾਹਿਬ, ਕਿਉਂਕਿ ਅਸੀਂ ਸਾਡਾ ਉੱਥੇ, ਤੁਹਾਨੂੰ ਯਾਦ ਹੋਣਾ, ਜਿਹੜਾ ਗਿੱਲ, ਜਿਹੜੇ ਕਿ ਮੈਨੇਜਰ ਸਨ ਪ੍ਰੀਤ ਲੜੀ ਦੇ, ਪਹਿਲੇ ਮੈਨੇਜਰ ਉਮਾ ਭੈਣ ਜੀ ਦੇ ਨਾਲ ਹੀ ਕੰਮ ਕਰਦੇ ਹੁੰਦੇ ਸੀ, ਦਰਸ਼ਨ ਸਿੰਘ ਗਿੱਲ। ਉਹ ਮੇਰਾ ਭਰਾ ਸੀ, ਮੇਰੇ ਪਿੰਡ ਦਾ ਸੀ, ਘਰਾਂ ਚੋਂ ਬਹੁਤ ਸਕਾ ਭਰਾ ਹੀ ਕਹਿ ਲੋ। ਉਹ ਜਦੋਂ ਅਸੀਂ ਮੈਂ ਤੇ ਮਾਨ ਸਾਹਿਬ ਤੱਕ ਜਿਹੜੀ ਕੋਠੀ ਸੀ ਉੱਪਰ ਦਰਜੀ ਦੀ, ਉਸ ਦੇ ਵਿੱਚ ਉੱਤੇ ਕੋਠੇ ਤੇ ਅਸੀਂ ਹੁੰਦੇ ਸੀ, ਸੌਂਦੇ ਸੀ ਰਾਤ ਨੂੰ ਓਪਨ। ਤੇ ਫਿਰ ਦਰਸ਼ਨ ਸਿੰਘ ਨੂੰ ਜਦੋਂ ਪਤਾ ਲੱਗਿਆ ਵੀ ਮੈਂ ਉਹਨਾਂ ਦੇ ਪਿੰਡ ਦੀ ਆ, ਡਾਕਟਰ ਸ਼ਾਮ ਸਿੰਘ ਦੀ ਬੇਟੀ ਆ, ਤੇ ਉਹ ਫਿਰ ਮੈਨੂੰ ਆਪਣੇ ਘਰ ਸਾਨੂੰ ਲੈ ਜਾਂਦੇ ਸੀ। ਅਸੀਂ ਜਦੋਂ ਵੀ ਪ੍ਰੀਤ ਨਗਰ ਜਾਂਦੇ ਸੀ, ਦਰਸ਼ਨ ਸਿੰਘ ਗਿੱਲ ਦੇ ਘਰ ਰਹਿੰਦੇ ਸੀ। ਉਹਦੀ ਜਿਹੜੀ ਵਾਈਫ ਸੀ, ਉਹ ਮੇਰੀ ਮਾਂ ਦੀ ਭਤੀਜੀ ਸੀ, ਮੇਰੀ ਮਾਂ ਨੇ ਉਹਦਾ ਰਿਸ਼ਤਾ ਕਰਾਇਆ ਸੀ। ਉਹ ਬਹੁਤ ਹੀ ਕੀ ਕਹਿਣਾ ਵੀ ਪ੍ਰੀਤ ਨਗਰ ਦਾ, ਉਹਦੀ ਬੇਟੀ ਜਿਹੜੀ ਹੈਗੀ ਹੈ ਨਾ, ਗੁਨੀਤਾ ਗਿੱਲ ਡਾਕਟਰ ਜੀ, ਗੁਨੀਤਾ ਗਿੱਲ ਚੰਡੀਗੜ੍ਹ 'ਚ ਹੈ, ਦਰਸ਼ਨ ਸਿੰਘ ਦੀ ਬੇਟੀ, ਕਿਉਂਕਿ ਸਾਡੇ ਪਿੰਡ ਦੇ ਨੇ, ਮੇਰੇ ਬਹੁਤ ਕਲੋਜ਼ ਨੇ ਸਾਰੀ ਫੈਮਿਲੀ। ਉਹਨੇ ਆਪਣੀ ਮਦਰ ਦੀ ਜਦੋਂ ਡੈਥ ਹੋਈ ਲਿਖਿਆ ਸੀ ਕਿ ਮੌਲ ਸਰੀ ਦਾ ਬੂਟਾ ਮੇਰੀ ਮਾਂ ਸੀ, ਬਹੁਤ ਹੀ ਵਧੀਆ। ਰਜਿੰਦਰ ਭਾਬੀ ਮੇਰੀ ਤਾਂ ਭਾਬੀ ਸੀ। ਸੋ ਅਸੀਂ ਉੱਥੇ ਰਹਿੰਦੇ ਸੀ, ਤੇ ਚੰਨ ਹੋਰਾਂ ਦੇ ਘਰ ਬਾਕੀ ਕੁੜੀਆਂ ਥੱਲੇ ਬਿਸਤਰੇ ਵਿਛਾ ਕੇ ਰਹਿੰਦੀਆਂ ਸੀ, ਤੇ ਖਾਣਾ ਅਸੀਂ
ਇਹਨਾਂ ਦੇ ਘਰ ਖਾਂਦੇ ਸੀ, ਆਪਣੇ ਦਾਰ ਜੀ ਦੇ ਘਰ। ਇਹ ਸਾਨੂੰ ਦੁਪਹਿਰੇ ਰੋਟੀ ਉੱਥੇ ਦਿੰਦੇ ਸੀ, ਸਵੇਰੇ ਜਿੱਥੇ ਹੁੰਦੇ ਸੀ ਉੱਥੇ ਚਾਹ ਪਾਣੀ ਪੀ ਲੈਂਦੇ ਸੀ। ਇਸ ਤਰ੍ਹਾਂ ਹੀ 7-8 ਦਿਨ ਉੱਥੇ ਰਹਿ ਕੇ ਰਿਹਰਸਲ ਕੀਤੀਆਂ ਸੀ ਜਦੋਂ ਅਸੀਂ ਪਹਿਲੀ ਵਾਰੀ ਅਮਰ ਪੰਜਾਬ ਕਰਨਾ ਸੀ। ਹਾਂਜੀ, ਤੇ ਪ੍ਰੀਤਨਗਰ ਦਾ ਤਾਂ ਐਡਾ ਵੱਡਾ ਰੋਲ ਹੈ। ਫਿਰ ਕਾਕਾ ਜਦੋਂ ਉਸ ਤੋਂ ਬਾਅਦ ਐਕਟੀਵਿਟੀਜ਼ ਘਟ ਗਈਆਂ 1966 ਇਕਟਾ ਦੀਆਂ, ਕਿਉਂਕਿ ਕੰਮ ਸਾਡੀ ਕਮਿਊਨਿਸਟ ਪਾਰਟੀ ਦੋ ਪਾੜ ਹੋ ਗਈ, ਇਸ ਕਰਕੇ ਉਦੋਂ ਫਿਰ ਐਕਟੀਵਿਟੀਜ਼ ਘਟ ਗਈਆਂ। ਪਰ ਪ੍ਰੀਤ ਮਿਲਣੀਆਂ ਹੁੰਦੀਆਂ ਸੀ ਪ੍ਰੀਤਨਗਰ ਚ ਜੀ, ਅਸੀਂ ਹਰ ਪ੍ਰੀਤ ਮਿਲਣੀ ਤੇ ਜਾਂਦੇ ਸੀ। ਉਦੋਂ ਮੇਰਾ ਬੇਟਾ ਉਹ ਸੀਗਾ ਵੱਡਾ ਇੱਕ, ਸੋ ਉਹ ਵੀ ਨਾਲ ਹੁੰਦਾ। ਉਹਦੇ ਵਿੱਚ ਵੀ ਉਹ ਅਸਰ ਹੈ ਪ੍ਰੀਤਨਗਰ ਦਾ। ਉਹ ਨਿੱਕਾ ਹੁੰਦਾ ਹੀ ਗਾਉਂਦਾ ਸੀ ਸਾਰੇ ਗਾਣੇ। ਹੁਣ ਉਹ ਕੈਨੇਡਾ ਚ ਹੀ ਹੈ, ਪਰ ਉਹ ਮਸ਼ਹੂਰ ਸੁਰਜੀਤ ਪਾਤਰ ਦੀਆਂ ਹੀ ਗਜ਼ਲਾਂ ਗਾਉਂਦਾ ਜ਼ਿਆਦਾ। ਉਹਦੀ CD ਮੁਲਾਕਾਤ ਬੜੀ ਪ੍ਰਸਿੱਧ ਹੋਈ ਸੀ, ਤੇ ਉਹ ਨਾਲ ਹੁੰਦਾ ਸੀ। ਅਸੀਂ ਫਿਰ ਪ੍ਰੀਤਨਗਰ ਦੇ ਵਿੱਚ ਹਰ ਪ੍ਰੀਤ ਮਿਲਣੀ ਤੇ ਜਾਂਦੇ ਸੀ। ਸਾਂਝਾ ਕਿਚਨ ਉੱਥੇ ਹੁੰਦਾ, ਬੜੀ ਰੌਣਕ ਲੱਗਦੀ ਸੀ। ਇੱਕ ਵਾਰੀ ਮੈਨੂੰ ਯਾਦ ਹੈ ਕਿ ਉੱਥੋਂ ਰਸ਼ੀਆ ਤੋਂ ਕੋਈ ਡੈਲੀਗੇਸ਼ਨ ਆਇਆ ਹੋਇਆ ਸੀ ਜੀ, ਤੇ ਦਾਰ ਜੀ ਨੇ ਖੜੇ ਹੋ ਕੇ ਜਦੋਂ ਕਿਹਾ ਕਿ ਬਈ ਜੋ ਕੁਛ ਮੈਂ ਹਾਂ, ਮੇਰੀ ਬੈਕਗਰਾਉਂਡ ਤੇ ਵਿੱਚ ਮੇਰੀ ਬੇਟੀ ਉਮਾ ਦਾ ਹੱਥ ਹੈ। ਪ੍ਰੀਤ ਲੜੀ ਚਲਾਉਣ ਲਈ ਉਮਾ ਦੀ ਦੇਖੋ, ਸਵੇਰੇ ਉਮਾ ਜੀ ਤੜਕੇ ਉੱਠ ਕੇ 1 ਗਲਾਸ ਦੁੱਧ ਦਾ ਤੇ ਕੁਝ ਬਦਾਮ ਖਾ ਕੇ ਪ੍ਰੀਤ ਲੜੀ ਦੇ ਆਫਿਸ ਚਲੇ ਜਾਂਦੇ ਸੀ, ਕਿਉਂਕਿ ਇਹਨਾਂ ਨੂੰ ਤਾਂ ਥੋੜੀਆਂ ਜਿਹੀ ਰਿਹਰਸਲਾਂ ਕਰਨੀਆਂ ਪੈਂਦੀਆਂ ਸੀ। ਤੇ ਅਸੀਂ ਸਾਰੇ ਦਿਨ ਰਿਹਰਸਲਾਂ ਕਰਦੇ ਰਹਿੰਦੇ ਸੀ। ਫਿਰ ਸ਼ਾਮ ਨੂੰ ਸਾਡੇ ਨਾਲ ਆ ਕੇ ਰਲਦੇ ਸੀ, ਤੇ ਦੁਪਹਿਰੇ ਖਾਣਾ ਬੜਾ ਲੇਟ ਆ ਕੇ ਖਾਂਦੇ। ਸੋ ਕਲੋਜ਼ ਕਿਉਂ ਹੋ ਗਿਆ? ਨਹੀਂ, ਚੱਲ ਪਿਆ। ਅੱਛਾ, ਸੋ ਮੈਂ ਕਾਕਾ ਨਾਲ ਫਿਰ ਦੇਖੋ ਪ੍ਰਾਈਵੇਟਲੀ ਮੈਂ ਫਿਰ BA ਕਰਕੇ, MA ਕਰਕੇ, B.Ed ਕਰਕੇ, ਨਾਲ ਹੀ ਪ੍ਰਾਈਵੇਟਲੀ ਸਭ ਕੁਝ। ਤੇ ਫਿਰ ਜਦੋਂ ਜੌਬ ਦੇ ਵਿੱਚ ਆ ਗਈ ਐਜ਼ ਅ ਲੈਕਚਰਰ ਪੰਜਾਬੀ ਸਕੂਲਾਂ ਦੇ ਵਿੱਚ, ਉਹੀ ਸਾਰੇ ਡਰਾਮੇ ਸਕੂਲ ਦੇ ਵਿੱਚ ਵੀ ਕਰਾਉਂਦੀ ਸੀ ਮੈਂ। ਜਿਹੜੇ ਲੈਕਚਰਰ ਕਿਹੜੀ ਜਗ੍ਹਾ ਤੇ ਲੱਗੇ, ਕਿਹੜੇ ਏਰੀਆ ਚ ਜਾ ਕੇ? ਨਹੀਂ, ਮੈਂ ਸਕੂਲ ਚ ਹੀ ਲੈਕਚਰਰ ਸੀਗੀ, ਨਾਭਾ, ਪਹਿਲਾਂ ਨਾਭੇ, ਅੱਛਾ, ਫਿਰ ਉਸ ਤੋਂ ਬਾਅਦ ਪਟਿਆਲੇ। ਹਾਂ, ਪੱਕਾ ਟਿਕਾਣਾ ਪਟਿਆਲਾ ਅਸੀਂ ਬਣਾਇਆ। ਫਿਰ ਸਾਹਿਬ ਉੱਥੇ ਕਾਲਜ ਪ੍ਰੋਫੈਸਰ, ਮੈਂ ਸਕੂਲ ਦੇ ਵਿੱਚ ਲੈਕਚਰਰ ਸੀ। ਫਿਰ ਉੱਥੇ ਮੈਂ ਪ੍ਰਿੰਸੀਪਲ ਬਣ ਗਈ। 16 ਸਾਲ ਮੈਂ ਪ੍ਰਿੰਸੀਪਲ ਰਹੀ। ਪਹਿਲਾਂ ਇੱਕ ਪਿੰਡ ਵਿੱਚ ਸੀਗੀ ਬਹਾਦਰਗੜ੍ਹ ਯੂਨੀਵਰਸਿਟੀ ਦੇ ਨਾਲ, ਤੇ ਫਿਰ ਉਸ ਤੋਂ ਬਾਅਦ ਪਟਿਆਲੇ ਸੀਨੀਅਰ ਸੈਕੰਡਰੀ ਸਕੂਲ, ਗਰਲਸ ਸੀਨੀਅਰ ਸੈਕੰਡਰੀ ਸਕੂਲ, ਉਹ ਪਟਿਆਲੇ ਦਾ ਸਭ ਤੋਂ ਵੱਡਾ ਸਕੂਲ ਹੈ। ਉੱਥੋਂ ਬਾਅਦ ਫਿਰ ਮੈਂ 2 ਸਾਲ PCS ਦੇ ਵਿੱਚ ਸਿਲੈਕਟ ਹੋ ਗਈ ਸੀ, ਤੇ 2 ਸਾਲ ਫਿਰ ਮੈਂ ਚੰਡੀਗੜ੍ਹ DPI ਆਫਿਸ ਦੇ ਵਿੱਚ ਐਜ਼ ਅਸਿਸਟੈਂਟ ਡਾਇਰੈਕਟਰ ਵੱਲੋਂ SCERTA ਦੇ ਵਿੱਚ ਸਬਜੈਕਟ ਮੈਟਰ ਰਹੀ। ਉੱਥੋਂ ਹੀ ਮੈਨੂੰ ਲਿਖਣ ਦਾ ਅਭਿਆਸ ਹੋਇਆ, ਕਿਉਂਕਿ ਅਸੀਂ ਸਾਡੇ 2 ਪ੍ਰੋਜੈਕਟ ਸੀ। ਇੱਕ ਸੀ ਪੋਪੂਲੇਸ਼ਨ ਐਜੂਕੇਸ਼ਨ, ਇੱਕ ਸੀ ਐਡਲਟ ਐਜੂਕੇਸ਼ਨ। ਉਹਨਾਂ ਦੋਹਾਂ ਪ੍ਰੋਜੈਕਟਸ ਦੇ ਵਿੱਚ ਅਸੀਂ ਵਰਕਸ਼ਾਪਸ ਲਾਉਂਦੇ ਸੀ, ਔਰ ਸਾਰੇ ਚੰਗੇ ਟੀਚਰਸ ਜਿਹੜੇ ਟੈਲੈਂਟਡ ਸੀ ਸਕੂਲਾਂ ਚੋਂ ਬੁਲਾ ਕੇ ਉੱਥੇ ਅਸੀਂ ਕੋਈ ਡਰਾਮੇ, ਕੋਈ ਕੁਛ ਸਕਿੱਟ ਲਿਖਦੇ ਸੀ। ਔਰ ਫਿਰ ਸਾਨੂੰ ਜਲੰਧਰ TV ਤੋਂ ਵਸ ਦੇ ਵਿਹੜੇ ਪ੍ਰੋਗਰਾਮ 15 ਮਿੰਟ ਮਿਲਦੇ ਸੀ ਹਰ ਮਹੀਨੇ। ਸੋ ਉੱਥੇ ਫਿਰ ਮੈਂ ਆਪਣੇ ਪ੍ਰੋਗਰਾਮ ਰਿਲੇ ਕਰਦੀ ਸੀ, ਜਾਂਦੀ ਸੀ। ਤਕਰੀਬਨ ਬਾਅਦ ਵਿੱਚ ਨਾਟਕ ਵੀ ਲਿਖੇ ਆਪ ਵੀ, ਕਿਹੜੇ ਕਿਸ ਤਰ੍ਹਾਂ ਦੇ ਫਿਰ ਉਹ ਨਾਟਕ ਲਿਖੇ ਤੇ ਕਿਹੜੇ ਲਿਖੇ? ਕਾਕਾ ਇਸ ਤਰ੍ਹਾਂ ਸੀ, ਮੈਂ ਜਦੋਂ ਵੀ ਸਕੂਲ ਦੇ ਵਿੱਚ ਤੁਹਾਨੂੰ ਦੱਸਿਆ ਬਹੁਤ ਸਾਲ ਰਹੀ, ਤੇ ਮੈਂ ਨਾਟਕ ਆਪਣਾ ਲਿਖ ਕੇ ਖਿਡਾਉਂਦੀ ਸੀ। ਅੱਛਾ, ਉਹ ਫਾਈਲਾਂ 'ਚ ਪਿਆ ਰਹਿੰਦਾ ਸੀ। ਮੈਂ ਕਦੀ ਰਾਈਟਰ ਬਣਨ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ, ਤੇ ਫਾਈਲਾਂ 'ਚ ਪਏ ਰਹਿੰਦੇ ਸੀ। ਫਿਰ ਏਦਾਂ ਹੀ ਨਾਲ ਜ਼ਿੰਦਗੀ ਦੇ ਸਫ਼ਰ 'ਚ ਮੈਂ ਇੱਕ ਨਾਟਕ ਲਿਖਿਆ, ਵੱਡਾ ਫੁੱਲ ਨਾਟਕ, ਅਮਨ ਦੀ ਆਵਾਜ਼। ਹਾਂਜੀ, 3 ਘੰਟੇ ਦਾ, ਤੇ ਇਹ ਖੇਡਿਆ ਗਿਆ ਸਕੂਲਾਂ ਦੇ ਕੰਪੀਟੀਸ਼ਨਸ 'ਚ, ਫਸਟ ਵੀ ਆਇਆ 1-2 ਵਾਰ। ਉਸ ਤੋਂ ਬਾਅਦ ਖਿਡਾਇਆ ਵੀ। ਦਰਅਸਲ ਦੱਸਣਾ ਚਾਹਾਂਗੀ ਮੈਂ, ਉਹਦਾ ਨਾਂ ਜ਼ਰੂਰ, ਡਾਕਟਰ ਸਤੀਸ਼ ਵਰਮਾ। ਹਾਂਜੀ, ਉਹ ਪ੍ਰੋਫੈਸਰ ਸਾਹਿਬ ਦੇ ਬਹੁਤ ਨੇੜੇ ਸੀ ਮੇਰੇ ਹਸਬੈਂਡ ਦੇ, ਜਾਨੀ ਆਪਣੇ ਆਪ ਨੂੰ ਉਹ ਸਾਡਾ ਵੱਡਾ ਪੁੱਤਰ ਹੀ ਕਹਿੰਦਾ ਹੁੰਦਾ ਸੀ। ਅਕਸਰ ਮਿਲਣ ਆ ਜਾਂਦਾ ਸੀ ਘਰ ਪਟਿਆਲੇ। ਤੇ ਉਸ ਤੋਂ ਬਾਅਦ ਮੈਂ ਛੋਟੇ ਡਰਾਮੇ ਮੇਰੇ ਸੀ ਕਿ ਵਨ ਇੱਕ ਪਲੇਸ ਲਿਖੇ ਹੋਏ ਸਕੂਲਾਂ 'ਚ, ਜਿੱਥੇ ਮੈਂ ਕੰਮ ਕਰਦੀ ਸੀ ਉੱਥੇ ਲਿਖੇ ਹੋਏ। ਤੇ
ਇਸੇ ਤਰ੍ਹਾਂ ਉਹ ਤੇ ਫਿਰ ਮੈਂ ਜਦੋਂ ਕੈਨੇਡਾ ਆ ਗਈ, ਕੈਨੇਡਾ ਆ ਕੇ ਮੈਨੂੰ ਕਿਉਂਕਿ ਮੈਂ ਜਦੋਂ ਪੜ੍ਹਦੀ ਸੀ ਉਦੋਂ ਮੈਂ ਗਦਰੀ ਬਾਬਾ ਹਰਜਾਪ ਸਿੰਘ ਦੇ ਘਰ ਰਹੀ ਸੀ 2 ਸਾਲ, ਮਾਲਪੁਰ ਪੜ੍ਹੀ ਸੀ ਮੈਂ, ਹੁਸ਼ਿਆਰਪੁਰ ਡਿਸਟ੍ਰਿਕਟ। ਜੀ ਜੀ। ਤੇ ਉਹ ਗਦਰੀ ਬਾਬਾ ਹਰਜਾਪ ਸਿੰਘ ਹੋਰਾਂ ਦਾ ਅਸਰ ਮੇਰੇ ਤੇ ਬਹੁਤ ਸੀ, ਤੇ ਮੈਂ ਉਹਨਾਂ ਦੀ ਲਾਈਫ ਤੇ, ਉਹਨਾਂ ਦੀ ਵਾਈਫ ਦੀ ਜੋ ਦੇਣ ਸੀ ਜੀ, ਬੀਬੀ ਧਰਮ ਕੌਰ ਦੀ, ਉਸ ਦੇ ਉੱਤੇ ਇੱਕ ਡਰਾਮਾ ਲਿਖਿਆ ਸੀ ਸਵਾਲੀਆ ਨਿਸ਼ਾਨ। ਹਾਂਜੀ। ਤੇ ਉਹ ਫੁੱਲ ਡਰਾਮਾ ਸੀ, ਉਹ ਵੀ 3 ਘੰਟੇ ਦਾ, ਉਹ ਕੈਨੇਡਾ ਵਿੱਚ ਖੇਡਿਆ ਗਿਆ ਸੀ। ਕੈਨੇਡਾ ਵਿੱਚ ਹੁਣ ਮੇਰਾ ਇੱਕ ਡਰਾਮਾ ਹੋਰ ਖੇਡਿਆ ਗਿਆ, ਉਹ ਹੈ ਜਿਹੜਾ 1 ਮਾਰਚ ਨੂੰ ਖੇਡਿਆ ਸੀ ਵੈਨਕੂਵਰ, ਸਰੀ ਦੇ ਵਿੱਚ, ਪੀਟਰ ਕੈਨੇਡੀਅਨ, ਉਹ ਵੀ ਮੈਂ ਲਿਖਿਆ ਸੀ, ਬੜਾ ਕਾਮਯਾਬ ਹੋਇਆ। ਸੋ ਮੈਂ ਦੱਸਦੀ ਹਾਂ ਕਿ 3 ਫਾਈਲਾਂ ਦੇ ਵਿੱਚ ਮੇਰੇ ਡਰਾਮੇ ਪਏ ਸੀ। ਸਤੀਸ਼ ਘਰ ਆਇਆ, ਉਹਦੇ ਨਾਲ ਮੈਂ ਗੱਲ ਕੀਤੀ ਤੇ ਕਹਿੰਦਾ ਆਂਟੀ ਮੈਨੂੰ ਤੁਸੀਂ ਫਾਈਲਾਂ ਦੇ ਦਿਓ। ਉਦੋਂ ਅਸੀਂ ਕੈਨੇਡਾ ਤੋਂ ਵਾਪਸ ਗਏ ਹੋਏ ਸੀ ਪਟਿਆਲੇ, ਤੇ ਉਹ ਮੇਰੀਆਂ 3 ਫਾਈਲਾਂ ਲੈ ਗਿਆ। ਉਹਨੇ 3 ਮੇਰੇ ਨਾਟਕ ਛਪਵਾ ਦਿੱਤੇ ਜੀ ਦਿੱਲੀ ਤੋਂ। ਅਮਨ ਦੀ ਆਵਾਜ਼, ਜੈ ਜਰਨੀ ਜਿਹਦੇ ਵਿੱਚ 6 ਇਕਾਂਗੀ ਨਾਟਕ ਨੇ, ਤੇ ਤੀਸਰਾ ਹੈਗਾ ਸੀ ਸਵਾਲੀਆ ਨਿਸ਼ਾਨ। ਉਹ ਮੈਂ ਰਾਈਟਰ ਬਣ ਗਈ, ਜਾਨੀ ਮੈਨੂੰ ਰਾਈਟਰ ਬਣਾਉਣ ਵਾਲਾ ਸਤੀਸ਼ ਵਰਮਾ। ਰਾਈਟਰ ਤਾਂ ਐਕਚੁਅਲੀ ਤੁਸੀਂ ਬਣ ਗਏ ਸੀ ਪਹਿਲਾਂ ਹੀ, ਫਿਰ ਤੁਸੀਂ ਕਿਤਾਬਾਂ ਵਿੱਚ ਆ ਗਏ, ਗੱਲ ਇਹ ਹੋਈ। ਕਿਤਾਬਾਂ 'ਚ ਆ ਗਈ, ਗੱਲ ਤਾਂ ਇਹ ਹੈ, ਲਿਖਦੀ ਤਾਂ ਮੈਂ ਨਾਲ ਨਾਲ ਰਹੀ। ਤੁਹਾਡਾ ਸਮਝ ਆ ਗਿਆ ਜੀ। ਦੇਖੋ ਸਕੂਲ 'ਚ ਜਦੋਂ ਕੋਈ ਪ੍ਰੋਬਲਮ ਹੁੰਦੀ ਸੀ ਨਾ, ਇੱਕ ਵਾਰੀ ਸਾਡੇ ਸਕੂਲ ਦੇ ਵਿੱਚ ਪਾਣੀ ਖੜਦਾ ਸੀ ਬਹੁਤ, ਡੀਸੀ ਨੂੰ ਮੈਂ ਬੁਲਾਇਆ, ਫੰਕਸ਼ਨ ਕੀਤਾ, ਕਿਉਂਕਿ ਫੰਕਸ਼ਨ ਜਿੱਥੇ ਵੀ ਮੈਂ ਕੰਮ ਕੀਤਾ, ਫੰਕਸ਼ਨਸ ਦੀ ਇੰਚਾਰਜ ਸਕੂਲ ਐਕਟੀਵਿਟੀਜ਼ ਦੀ ਮੈਂ ਹੀ ਹੁੰਦੀ ਸੀ। ਤੇ ਉਹਦੇ ਵਿੱਚ ਮੈਂ ਗਾਣਾ ਬੱਚਿਆਂ ਤੋਂ ਕਰਵਾਤਾ, ਸਾਡਾ ਗੋਡੇ ਗੋਡੇ ਪਾਣੀ, ਅਸੀਂ ਕਿੱਦਾਂ ਖੇਡੀਏ, ਇਸ ਤਰ੍ਹਾਂ ਦਾ ਬੱਚਿਆਂ ਤੋਂ, ਡੀਸੀ ਅੰਕਲ ਪਿਆਰੇ, ਸ਼ਹਿਰ ਦੇ ਸਹਾਰੇ, ਏਦਾਂ ਦੇ ਬਣਾ ਕੇ। ਸੋ ਮੈਂ ਏਦਾਂ ਲਿਖਦੀ ਤਾਂ ਪਹਿਲਾਂ ਹੀ ਰਹਿੰਦੀ ਸੀ, ਯੂ ਆਰ ਰਾਈਟ। ਸੋ ਸਤੀਸ਼ ਨੇ ਡਾਕਟਰ ਮੈਨੂੰ ਬਣਾਤਾ, PhD ਮੈਂ ਨਾਲ ਹੀ ਕਰ ਲਈ ਇਹਦੇ ਉੱਤੇ, ਲੋਕ ਨਾਟਕ ਦਾ ਆਲੋਚਨਾਤਮਕ ਅਧਿਐਨ। ਇਹ ਬੜਾ ਸੋਹਣਾ ਸਫ਼ਰ ਹੈ ਤੁਹਾਡਾ, ਕਿ ਤੁਸੀਂ ਕਿਵੇਂ ਹਲੇ ਕਿ ਉਦੋਂ ਪ੍ਰੈਪ ਕਰਕੇ ਹੀ ਆਏ ਸੀ, ਵਿਆਹ ਹੋਇਆ, ਬਾਅਦ ਚ ਇੰਨੀ ਪੜ੍ਹਾਈ ਕੀਤੀ, ਤੁਸੀਂ ਇੰਨੇ ਲੰਮੇ ਸਫ਼ਰ ਚ ਕਿੰਨੇ ਪਿੰਡਾਂ ਚ ਜਾ ਕੇ ਨਾਟਕ ਕਰਦੇ ਸੀ, ਤੁਸੀਂ ਫੇਰ ਪੜ੍ਹਨ ਲੱਗ ਪਏ, ਫਿਰ ਤੁਸੀਂ ਪੜ੍ਹਾਉਣ ਲੱਗ ਪਏ, ਫਿਰ ਤੁਸੀਂ PhD ਤੱਕ ਪੜ੍ਹਾਈ ਕੀਤੀ। ਇਹ ਵੱਡੀ, ਬੜੀ ਸੰਘਰਸ਼ ਵਾਲੀ ਗੱਲ ਹੈ ਕਿ ਕਿਹੜਾ ਨਗਰ ਹੈ ਜਿੱਥੇ ਤੁਸੀਂ ਨਹੀਂ ਗਏ ਆਪਣਾ ਅਦਾਕਾਰੀ ਕਰਦੇ ਹੋਏ, ਨਾਟਕ ਕਰਦੇ ਹੋਏ। ਔਰ ਨਿਰੰਜਨ ਮਾਨੂਰੀ ਖੁਦ ਬਹੁਤ ਅੱਛਾ ਗਾਉਂਦੇ ਸੀ, ਬਹੁਤ ਖੂਬਸੂਰਤ ਲਿਖਦੇ ਵੀ ਸੀ, ਗਾਉਂਦੇ ਵੀ ਸੀ ਉਹ। ਤੇ ਉਹ ਸੋ ਤੁਹਾਡਾ ਆਪਣੇ ਆਪ ਦੇ ਵਿੱਚ ਇਹ ਜਿਹੜੀ, ਤੇ ਤੁਸੀਂ ਫਿਰ ਬਾਅਦ ਵਿੱਚ ਕਿੱਦਾਂ ਫੈਸਲਾ ਲੈ ਲਿਆ ਕਿ ਚਲੋ ਮੈਂ ਕੈਨੇਡਾ ਜਾ ਕੇ ਵਸ ਜਾਵਾਂ? ਤੁਸੀਂ ਗਦਰੀ ਬਾਬਿਆਂ ਤੋਂ ਪ੍ਰਭਾਵਿਤ ਸੀ, ਗਦਰੀ ਬਾਬੇ ਤੇ ਕੈਨੇਡਾ ਅਮਰੀਕਾ ਛੱਡ ਕੇ ਇੱਧਰ ਆਏ ਸੀ, ਤੁਸੀਂ ਵਾਪਸ ਕਿੱਧਰ ਚਲੇ ਗਏ ਉਹਨਾਂ ਤੋਂ ਪ੍ਰਭਾਵਿਤ ਹੋ? ਬੇਟਾ ਗੱਲ ਇਹ ਹੈ, ਅਗਲੀ ਪੀੜ੍ਹੀ ਦੇ ਲਈ ਤੁਹਾਨੂੰ ਕੁਝ ਦੇਣੀ ਪੈਂਦੀ ਹੈ ਪੁੱਤਰਾ, ਕਿਉਂਕਿ ਹੁਣ ਬੱਚੇ ਜਦੋਂ ਬਾਹਰ ਆ ਗਏ ਹੈ ਨਾ, ਤੇ ਪਰ ਮੇਰੀਆਂ ਸਾਰੀਆਂ ਯਾਦਾਂ ਤਾਂ ਪਟਿਆਲੇ ਨਾਲ ਜੁੜੀਆਂ ਹੋਈਆਂ, ਸਭ ਘਰ ਅਜੇ ਉੱਥੇ ਹੀ ਹੈ, ਜਾਈਦਾ, ਹੁਣੇ 2 ਸਾਲ ਹੋਏ ਨਹੀਂ ਜਾ ਸਕੇ, ਹਰ 6 ਮਹੀਨੇ ਬਾਅਦ ਆ ਜਾਈਦਾ ਸੀ। ਪੋਤੇ ਪੋਤੀਆਂ ਨੂੰ ਖਿਡਾਇਆ, ਉਹਨਾਂ ਨੂੰ ਪੰਜਾਬੀਅਤ ਨਾਲ ਏਦਾਂ ਜੋੜਿਆ, ਬੇਟਾ ਤੂੰ ਕਦੀ ਇੱਥੇ ਆਏਗਾ ਨਾ ਜੀ। ਤੇ ਇਹਨਾਂ ਨੇ ਤਾਂ ਮੇਰੀਆਂ ਪੋਤੀਆਂ ਨੂੰ ਮਿਲੇ ਹੋਏ ਨੇ, ਆਪਣੇ ਬੋਪਰ ਆਏ ਤੇ ਸਵਰਨ ਹੋਰੀ ਇੰਡੀਆ ਆਈਆਂ ਸੀ, ਇਹਨਾਂ ਨੇ ਉਹਨਾਂ ਨੂੰ ਆਨਰ ਵੀ ਕੀਤਾ ਸੀ, ਤੇ ਗਾਣਾ ਵੀ ਸੁਣਿਆ ਸੀ ਪੰਜਾਬੀ 'ਚ। ਇੰਨਾ ਸੋਹਣਾ ਗਾਉਂਦੀਆਂ ਨੇ ਮੇਰੀਆਂ ਦੋਵੇਂ ਪੋਤੀਆਂ। ਤੇ ਵੱਡੀ ਨੂੰ ਤਾਂ ਉਹ ਡਾਕਟਰ ਬਣ ਗਈ ਹੈ ਵੱਡੀ, ਉਹਨੂੰ ਕੋਈ ਇਹ ਨਹੀਂ ਕਹਿ ਸਕਦਾ ਭਈ ਇਹ ਪੰਜਾਬ ਦੇ ਪਿੰਡ ਦੀ ਜੰਮੀ ਹੈ ਕਿ ਕੈਨੇਡਾ ਦੀ ਜੰਮੀ ਹੈ। ਸੋ ਇੰਨੀ ਸੋਹਣੀ ਪੰਜਾਬੀ ਬੋਲਦੀ ਹੈ, ਹੁਣ ਡਾਕਟਰ ਹੈ, ਡਾਕਟਰ ਨਾਲ ਵਿਆਹੀ ਗਈ, ਤੇ ਮਤਲਬ ਕਿ ਪੰਜਾਬੀ ਜਿਹੜੇ ਪੇਸ਼ੈਂਟਸ ਆਉਂਦੇ ਆ ਉਹਨਾਂ ਦੇ ਦੁੱਖ ਸੁੱਖ ਸੁਣਦੀ ਹੈ। ਸੋ ਉਹ ਪੰਜਾਬੀ ਤੇ ਸੁਣ, ਦੇਖੋ ਪੰਜਾਬੀ ਵਧੀਆ ਹੋਣੀ ਸੀ, ਪੋਤੀ ਕਿਹੜੀ ਦਾਦੀ ਦੀ ਹੈ, ਇਹ ਵੀ ਤਾਂ ਫਰਕ ਪੈਂਦਾ ਨਾ। ਇਹੀ ਫਿਰ ਇਹ ਦੇਣ ਦਿੱਤੀ ਨਾ ਬੇਟਾ ਅਗਲੀ ਪੀੜ੍ਹੀ ਨੂੰ, ਇੱਥੇ ਆਏ, ਪਰ ਫਿਰ ਪਟਿਆਲੇ ਆਉਂਦੇ ਸੀ, ਪਟਿਆਲੇ ਨਾਲ ਯਾਦਾਂ ਜੁੜੀਆਂ, ਘਰ ਅਜੇ ਹੈਗਾ। ਤੇ ਹੁਣ ਕੋਰੋਨਾ ਦਾ ਕਹਿਰ ਮੁੱਕੂਗਾ, ਮੈਂ ਬਹੁਤ ਕੁਝ ਲਿਖਿਆ ਅੱਜ ਕੱਲ ਫੇਰ, ਤੇ 2-4 ਕਿਤਾਬ ਮੇਰੀਆਂ ਫਿਰ ਕਿਤਾਬਾਂ ਛਪੀਆਂ, ਮਤਲਬ 3 ਤਾਂ ਨਾਟਕ, ਇੱਕ ਕਹਾਣੀਆਂ ਦੀ ਕਿਤਾਬ ਦਸਤਕ, ਉਸ ਤੋਂ ਬਾਅਦ ਇੱਕ ਮੇਰੀ ਜਿੰਦ ਦੀ ਟਹਿਣੀ, ਯਾਦ ਦੇ ਪੰਛੀ, ਇਹ ਕਵਿਤਾ ਦੀ ਕਿਤਾਬ ਹੈ। ਇਸ ਤੋਂ ਇਲਾਵਾ
ਹੋਰ ਹਾਂਜੀ, 2 ਯਾਦਾਂ, ਇੱਕ ਯਾਦਾਂ ਬਹੁਤ ਰੰਗੀਆਂ ਤੇ ਯਾਦਾਂ ਦੀਆਂ ਲੜੀਆਂ। ਇਹਦੇ ਵਿੱਚ ਸਾਰਾ ਕੁਝ ਯਾਦਾਂ ਹੀ ਆਈਆਂ ਹੋਈਆਂ ਨੇ ਮੇਰੀਆਂ। ਤੇ ਇੱਕ ਹੁਣ ਇਹ ਕਿਤਾਬ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਚਾਹਾਂਗੀ, ਇਹ ਹੈਗੀ ਹੈ ਇਪਟਾ ਤੇ ਅਮਨ ਲਹਿਰ ਦਾ ਇਤਿਹਾਸ। ਜੋ ਮੈਂ ਗੱਲਾਂ ਕੀਤੀਆਂ ਉਹ ਇਹਦੇ ਵਿੱਚ ਵੀ ਨੇ। ਤੇ ਇੱਕ ਮੈਂ ਇਹਦੇ ਵਿੱਚ ਇਹ ਕਿਤਾਬ ਮੇਰੇ ਕੋਲ ਹੈਗੀ ਆ, ਮੇਰੇ ਕੋਲ ਹੈਗੀ ਕਿਤਾਬ ਤੁਹਾਡੀ। ਇਹ ਹੈਗੀ ਤੁਹਾਡੇ ਕੋਲ? ਜੀ ਜੀ ਇਹ ਹੈਗੀ, ਹਾਂਜੀ ਹਾਂ 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 ਇਹ ਪੜ੍ਹ ਲਿਓ। ਇਹ ਜਦੋਂ ਪੜੋਗੇ ਤੇ ਤੁਹਾਨੂੰ ਜੋ ਮੈਂ ਗੱਲਾਂ ਕੀਤੀਆਂ ਇਹ ਵੀ ਵਿੱਚ ਦਿਸ ਜਾਣਗੀਆਂ। ਤੇ ਇਪਟਾ ਕਿਵੇਂ ਸ਼ੁਰੂ ਹੋਈ, ਕਿੱਦਾਂ ਹੋਈ, ਕਿੰਨੀਆਂ ਕਾਨਫਰੰਸਿਸ ਹੋਈਆਂ, ਕਿੱਥੇ ਹੋਈਆਂ, ਹੁਣ ਤੱਕ ਦਾ ਸੰਜੀਵਨ ਹੋਰਾਂ ਦਾ ਜਿਹੜਾ ਸਾਰਾ ਕੁਝ ਦੇਣਾ ਉਹ ਸਭ ਕੁਝ ਇਹਦੇ ਵਿੱਚ ਹੀ ਹੈ। ਕੀ ਬਾਤ ਹੈ, ਬਹੁਤ। ਸੰਜੀਵਨ ਹੋਰੀ ਵੀ ਜੁੜੇ ਹੋਏ ਨੇ, ਸਾਰੇ ਦੋਸਤ ਹੋਰ ਵੀ ਨੇ, ਸਵਰਨ ਸਿੰਘ ਹੋਰੀ ਔਰ ਗੁਰਚਰਨ ਹੋਰੀ ਜੁੜੇ ਨੇ। ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਜੀ ਗੁਰਚਰਨ, ਸਵਰਨ ਜੀ, ਵੀਰ ਜੀ? ਉਹਨਾਂ ਦਾ ਮਾਈਕ ਬੰਦ ਹੈ। ਨਹੀਂ, ਉਹ ਆਪਾਂ ਉਹਨਾਂ ਦਾ ਮਾਈਕ ਬੰਦ ਹੈ। ਮੈਂ ਚਾਹੁੰਦਾ ਸੀ ਉਹਨਾਂ ਵੱਲੋਂ ਕੋਈ ਕਮੈਂਟ ਲੈਣਾ, ਉਹ ਪਰ ਸਿਰਫ ਸਟਿਲ ਹੋਏ ਬੈਠੇ। ਮਾਈਕ ਬੰਦ ਹੈ, ਦਿਸੇ ਸੀ ਪਹਿਲਾਂ। ਨਹੀਂ ਹੈਗੇ ਨੇ, ਮੈਨੂੰ ਦਿਸਦੇ ਪਏ ਨੇ। ਪਰ ਸਵਰਨ ਜੀ, ਗੁਰਚਰਨ ਜੀ, ਆਵਾਜ਼ ਸੁਣ ਰਹੀ ਤੁਹਾਨੂੰ? ਹਾਂਜੀ ਹਾਂਜੀ ਬੈਠੇ। ਮੈਂ ਚਾਹੁੰਦਾ ਤੁਸੀਂ ਕੋਈ ਪ੍ਰੀਤ ਮਾਨ ਹੋਰਾਂ ਬਾਰੇ, ਇਹਨਾਂ ਦੀ ਅਦਾਕਾਰੀ ਬਾਰੇ, ਇਹਨਾਂ ਦੇ ਸਫ਼ਰ ਬਾਰੇ ਕੋਈ ਛੋਟੀ ਜੀ ਗੱਲ ਕਰੋ ਕੋਈ। ਡੈਡੀਕੇਟਿਡ ਰਹੀ ਹੈ, ਖਾਸ ਕਰਕੇ ਮਾਨ ਸਾਹਿਬ। ਉਹ ਫਸਟ ਜਨਰਲ ਸੈਕਟਰੀ ਸਨ ਜੀ ਲਹਿਰ ਦੇ, ਅਮਨ ਲਹਿਰ ਦੇ। ਉਹ ਉਦੋਂ ਹੀ ਨਾਲ ਇਹਨਾਂ ਦੇ ਜੀਵਨ ਸਾਥਣ ਜਿਹੜੀ ਸੀ ਪ੍ਰੀਤ ਜੀ, ਇਹ ਨਾਲ ਉਦੋਂ ਤੋਂ ਹੀ ਮਤਲਬ ਜੁੜੇ ਰਹੇ ਤੇ ਡੈਡੀਕੇਸ਼ਨ ਇਹੋ ਜਿਹੀ ਰਹੀ ਉਸ ਦੇ ਨਾਲ ਬਿਲਕੁਲ ਹੀ। ਹਾਂ, ਇੱਕ ਗੱਲ ਹੋਰ ਕਿ ਮੈਂ ਪਹਿਲਾਂ ਪਾਰਟੀਸ਼ਨ ਤੋਂ ਪਹਿਲਾਂ ਮੇਰਾ ਜਨਮ ਜਿਹੜਾ ਉਹ ਮਰੜ ਚੱਕ ਨੰਬਰ 42 ਡਿਸਟ੍ਰਿਕਟ ਸ਼ੇਖੂਪੁਰ ਸਾਂਗਰਾ ਹਿੱਲ ਦੇ ਲਾਗੇ ਸੀ। ਉੱਥੇ ਸ਼ਿੰਗਾਰਾ ਸਿੰਘ ਤੇ ਕਾਮਰੇਡ ਸਨ ਔਰ ਪੁਰਜ਼ਮਨ, ਇਹ ਸਾਰੇ ਜਾਣੇ ਉੱਥੇ ਸੀ। ਇਹ ਪ੍ਰੀਤ ਨਗਰ ਜਦੋਂ ਸ਼ੁਰੂ ਹੋਈ, ਉਹ ਪ੍ਰੀਤ ਮਿਲਦੀਆਂ ਤੇ ਮੈਂ ਉਦੋਂ ਬਿਲਕੁਲ ਬੱਚਾ ਸੀ। ਤੇ ਇਹ ਆਣ ਕੇ ਤੇ ਪਹਿਲੀ ਜਿਹੜੀ ਉਹ ਪ੍ਰੀਤ ਮਿਲਣੀ ਉੱਥੇ ਜਿਹੜੀ ਆ ਪ੍ਰੀਤ ਨਗਰ ਆਏ ਜਿਸ ਵੇਲੇ, ਮੈਨੂੰ ਅਜੇ ਤੱਕ ਯਾਦ ਆ ਕਿ ਮੋਹਨ ਸਿੰਘ ਮਾਹਿਰ ਦਾ ਅੰਬੀ ਦਾ ਬੂਟਾ ਉਦੋਂ ਇਹਦੇ ਵਿੱਚ ਛਪਿਆ ਸੀ, ਆਪਣੇ ਪ੍ਰੀਤ ਲੜੀ ਦੇ ਵਿੱਚ ਜੀ। ਉਹ ਲੈ ਕੇ ਫਿਰ ਜਾ ਕੇ ਅਸੀਂ ਪਿੰਡ ਜਾ ਕੇ ਬੱਚਿਆਂ ਦੇ ਨਾਲ ਉਹਨੂੰ ਗਾਉਂਦੇ ਰਹੇ। ਇਸੇ ਤਰੀਕੇ ਨਾਲ ਉਹ ਵੀ ਇੱਕ ਲਾਟ ਸੀ ਜਿਹੜੀ ਕਿ ਆਣ ਕੇ ਸਾਡਾ ਇਸ ਤਰੀਕੇ ਦਾ ਇੰਸਪੀਰੇਸ਼ਨ ਮਿਲੀਆਂ। ਉਦੋਂ ਬਾਅਦ ਫਿਰ ਇੰਨਾ ਇਹ ਹੋਇਆ ਕਿ ਇਹ ਤੇ ਸਾਡੀ ਸਾਰੀ ਮਤਲਬ ਜਿਹੜੀ ਸੀ, ਸਾਨੂੰ ਪਤਾ ਨਹੀਂ ਸੀ ਭੁੱਖ ਕਿੱਥੇ ਹੁੰਦੀ ਹੈ ਤੇ ਕਿੱਥੇ ਹੁੰਦੀ ਆ। ਜਿਸ ਵੇਲੇ ਪਰਫਾਰਮ ਕਰਨਾ, ਜਿੱਥੇ ਵੀ ਜਾਣਾ ਹੈ, ਉੱਥੇ ਲੋਕ ਜਿਹੜੇ ਸੀ ਉਡੀਕਦੇ ਹੁੰਦੇ ਸੀ। ਔਰ ਉਸ ਵੇਲੇ ਇਹ ਵੀ ਸੀ ਕਿ ਇੰਟਰਟੇਨਮੈਂਟ ਦੀ ਹੋਰ ਕੋਈ ਸਾਧਨ ਵੀ ਨਹੀਂ ਸੀ। ਇਸ ਕਰਕੇ ਇਹਦੀਆਂ ਵੱਡੀਆਂ ਗੈਦਰਿੰਗ ਹੁੰਦੀਆਂ ਸੀ। ਤੇ ਫਿਰ ਇਹੋ ਹੀ ਸੀ ਕਿ ਪੀਸ ਲਹਿਰ ਦੇ ਵਿੱਚ ਅਜੇ ਵੀ ਕੁਝ ਹੈ। ਸਵਰਨ ਹੋਰਾਂ ਨੇ ਉੱਤੇ ਸਾਡੇ ਇਹਨਾਂ ਨੇ ਕੋਈ ਰਿਕਾਰਡ ਰੱਖਿਆ, ਮੁੜਿਆ ਲਾਵਾਂ ਤੋਂ ਸਾਨੂੰ ਘਰੇ ਬੜਾ ਰੁਜ਼ਗਾਰ, ਕਣਕਾਂ ਨਿਸਰ ਪਈਆਂ ਵੇਦੂ ਆ ਕੇ ਝਾਟੀ ਮਾਰ। ਉਦੋਂ ਇਹ ਸੀ ਕਿ ਸਾਡੀ ਫੌਜ ਲੜਨ ਵਾਸਤੇ ਬਾਹਰ ਜਾਂਦੀ ਸੀ ਜੀ। ਚਾਹੇ ਅੰਬੀਆਂ ਨੂੰ ਸਾਵਾ ਸਾਵਾ ਬੂਰ, ਕੋਈ ਆ ਕੇ ਗਿਆ, ਕੋਈ ਜਾ ਕੇ ਆਇਆ, ਪਰ ਤੂੰ ਦੂਰਾਂ ਦਾ ਦੂਰ। ਫਿਰ ਉਹਦਾ ਇਹ ਸੀ ਕਿ ਵਿੱਚ ਪ੍ਰਦੇਸ਼ਾਂ ਤੇ ਲੱਗੇ ਹੋਏ ਮੇਜਰ ਆਵੇ, ਵਤਨਾਂ ਦਾ ਚੰਗਾ ਹੈ ਮਜ਼ਦੂਰ। ਸੋ ਇਹ ਜਿਹੜੀ ਅਸੀਂ ਅਮਨ ਲਹਿਰ ਦੇ ਨਾਲ ਜੁੜੇ ਹੋਏ ਜਿਹੜੀ ਸਾਡੀ ਉਹ ਇੱਕ ਕਿਸਮ ਦਾ। ਗੁਰਚਰਨ ਜੀ, ਮੈਂ ਇੱਕ ਦਿਨ ਤੁਹਾਡੇ ਨਾਲ ਦੋਨਾਂ ਨਾਲ ਜਦੋਂ ਗੱਲਾਂ ਕਰਾਂਗਾ, ਫਿਰ ਤੁਹਾਡੇ ਕੋਲ ਮੈਂ ਸਾਰੇ ਗੀਤ ਵੀ ਸੁਣਾਂਗਾ ਜਿਹੜੇ ਤੁਸੀਂ ਕਾਗ ਸਮੇਂ ਦਾ ਬੋਲਿਆ, ਬਹੁਤ ਸੋਹਣਾ ਤੁਸੀਂ ਗਾਉਂਦੇ ਹੋ ਅਜੇ ਵੀ ਉਸ ਨੂੰ। ਤੇ ਮੈਂ ਉਹ ਵੀ ਸੁਣਾਂਗਾ ਤੁਹਾਡੇ ਨਾਲ ਗੱਲਾਂ ਕਰਦੇ ਆ। ਤੇ ਮੈਂ ਪ੍ਰੀਤ ਆਂਟੀ ਤੁਹਾਡੇ ਕੋਲ ਇੱਕ ਚੀਜ਼ ਇਹ ਪੁੱਛਣੀ, ਜਦੋਂ ਤੁਸੀਂ ਇਹ ਸਾਰੇ ਨਾਟਕ ਕਰਦੇ ਸੀ ਉਹਨਾਂ ਸਮਿਆਂ ਦੇ ਵਿੱਚ, ਤੇ ਉਦੋਂ ਕਿਸੇ ਤਰ੍ਹਾਂ ਸਰਕਾਰ ਵੱਲੋਂ ਕੋਈ ਪਾਬੰਦੀਆਂ ਵੀ ਹੁੰਦੀਆਂ ਸੀ, ਕੋਈ ਪੁਲਿਸ ਵੱਲੋਂ ਰੋਕਾਂ ਜਾਂ ਕਿਧਰੇ ਕੋਈ ਏਦਾਂ ਦਾ ਕੋਈ ਰੁਕਾਵਟ ਵੀ ਪੈਂਦੀ ਸੀ? ਇਹਦੇ ਬਾਰੇ ਮੈਂ ਬਹੁਤੀ ਨਹੀਂ ਜਾਣਦੀ, ਕਿਉਂਕਿ ਜੇ ਪੈਂਦੀ ਵੀ ਹੋਊ
ਤਾਂ ਚੰਨ ਹੋਰੀ ਤੇ ਉਹਨਾਂ ਦੇ ਸਾਥੀ ਨਿਰੰਜਨ ਹੋਰੀ ਇਹ ਜ਼ਿਆਦਾ ਇਹੀ ਭੁਗਦੇ ਹੋਣੇ, ਸਾਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਜਿਹੜੀਆਂ ਅਸੀਂ ਕੰਮ ਕਰਦੀਆਂ ਸੀ। ਸੋ ਮੈਂ ਦੱਸਣਾ ਚਾਹੁੰਦੀ ਸੀ ਇਹਨਾਂ ਬਾਰੇ, ਸਵਰਨ ਬਾਰੇ ਜੀ। ਸਵਰਨ ਨੂੰ ਜਦੋਂ ਉੱਥੇ ਡਾਕਟਰ ਸੂਰ ਸਿੰਘ ਦੇ ਘਰ ਇਹ ਸਿਰਫ ਸਾਇਲੈਂਟਲੀ ਸਾਰੀਆਂ ਰਿਹਰਸਲਾਂ ਦੇਖਦੇ ਹੁੰਦੇ ਸੀ। ਉਦੋਂ ਇਹ ਮੇਰੇ ਖਿਆਲ 10ਵੀਂ ਚ ਪੜ੍ਹਦੇ ਸੀ ਸ਼ਾਇਦ, ਇਹਨਾਂ ਨੂੰ ਪਤਾ ਹੋਣਾ, ਤੇ ਉੱਥੇ ਆਉਂਦੇ ਹੁੰਦੇ ਸੀ। ਤੇ ਇਹਨਾਂ ਦੇ ਅੰਦਰ ਉਹੀ ਗਾਣੇ ਇਹਨਾਂ ਨੇ ਸਾਂਭ ਕੇ, ਦੋਹਾਂ ਭਰਾਵਾਂ ਨੇ, ਦੋਹਾਂ ਦੋਸਤਾਂ ਨੇ, ਮੈਂ ਇਹਨਾਂ ਨੂੰ ਹੰਸਾਂ ਦੀ ਜੋੜੀ ਕਹਿਣੀ ਹੁੰਦੀ ਆ, ਦੋਹਾਂ ਸਵਰਨ ਤੇ ਗੁਰਚਰਨ ਨੂੰ ਹੰਸਾਂ ਦੀ ਜੋੜੀ। ਇਹ ਇਹਨਾਂ ਨੇ ਗੁਰਚਰਨ ਨੇ ਤੇ ਨਿਰੰਜਨ ਹੋਰਾਂ ਨੇ ਰਲ ਕੇ ਹੀ ਸ਼ਿਵ ਕੁਮਾਰ ਬਟਾਲਵੀ ਨੂੰ ਸਾਡੇ ਕੋਲੇ ਪਟਿਆਲੇ ਪੜ੍ਹਨ ਲਾਇਆ ਸੀ, ਇਹਨਾਂ ਨਾਭੇ ਪੜ੍ਹਨ ਲਾਇਆ ਸੀ। ਪਰ ਉਹ 1 ਸਾਲ ਪੜ੍ਹਦਾ ਵਿੱਚੋਂ ਹੀ ਚਲਾ ਗਿਆ ਤੇ ਥੋੜੀ ਦੇਰ ਪੜ੍ਹਿਆ ਉੱਥੇ। ਸਾਡੇ ਕੋਲ ਪ੍ਰੋਫੈਸਰ ਸਾਹਿਬ ਕੋਲ ਹੀ ਰਹਿੰਦਾ ਸੀ, ਤੇ ਇੱਕ ਪ੍ਰੋਫੈਸਰ ਬਾਠ ਤੇ ਨਿਰੰਜਨ ਹੋਰੀ, ਤੇ ਉੱਥੇ ਵਿੱਚ ਹੀ ਰਹਿੰਦਾ ਸੀ ਸਾਡੇ। ਤੇ ਉਹਦੀ ਵੀ ਦੇਣ ਇਹਨਾਂ ਨੂੰ ਦੀ ਬਹੁਤ ਹੈ ਵੀ ਉਹਨੂੰ ਇਹਨਾਂ ਨੇ ਸਿੱਧੇ ਰਸਤੇ ਪਾਇਆ। ਮੈਂ ਦੱਸਦੀ ਸੀ ਪਹਿਲੀ ਪ੍ਰੀਤ ਮਿਲਣੀ, ਉਦੋਂ ਪ੍ਰੀਤ ਮਿਲਣੀ ਦੇ ਉੱਤੇ ਨਾ ਜਿਹੜੇ ਮਹਿੰਦਰ ਭੈਣ ਜੀ, ਨਵਤੇਜ ਦੀ ਵਾਈਫ, ਨਵਤੇਜ ਉਹਨਾਂ ਦੇ ਵਾਈਫ ਜੀ, ਹਾਂ, ਉਹ ਬਹੁਤ ਹੀ ਸੋਹਣਾ ਗਾਉਂਦੇ ਸੀ। ਤੇ ਉੱਥੇ ਹੀ ਉਦੋਂ ਪਹਿਲੀ ਪ੍ਰੀਤ ਮਿਲਣੀ ਦੇ ਉੱਤੇ ਸ਼ਿਵ ਕੁਮਾਰ ਬਟਾਲਵੀ ਨੂੰ ਮੈਂ ਮਿਲੀ। ਇਹ ਕੋਈ 1954 ਦੀ ਗੱਲ ਹੈ, ਮੈਂ ਜਦੋਂ ਮਿਲੀ। ਮਾਨ ਸਾਹਿਬ ਤਾਂ ਪਹਿਲਾਂ ਤੋਂ ਹੀ ਜਾਣਦੇ ਸੀ। ਉਹਨੇ ਜਦੋਂ ਮੈਂ ਕੰਡਿਆਲੀ ਥੋਰ ਵੀ ਸੱਜਣਾ, ਇਹ ਗੀਤ ਮੈਨੂੰ ਹੁਣ ਤੱਕ ਉਹਦਾ ਯਾਦ ਹੈ। ਤੇ ਮਹਿੰਦਰ ਭੈਣ ਜੀ ਦਾ ਗੀਤ ਸੀ ਡਾਚੀ ਵਾਲਿਆ ਮੋੜ ਮਹਾਰਵੇ। ਇੰਨਾ ਸੋਹਣਾ ਉਹ ਮਹਿੰਦਰ ਗਾਉਂਦੇ ਸੀ, ਬਹੁਤ ਹੀ ਸੋਹਣਾ ਗਾਉਂਦੇ ਸੀ। ਤੇ ਹੁਣ ਤੱਕ ਪ੍ਰੀਤ ਲੜੀ ਦੀ ਮੈਂ ਲਾਈਵ ਮੈਂਬਰ ਹਾਂ। ਮਾਨ ਸਾਹਿਬ 10ਵੀਂ ਚ ਪੜ੍ਹਦੇ ਜਦੋਂ 20 ਰੁਪਏ ਦੇ ਨਾਲ ਲਾਈਵ ਮੈਂਬਰ ਬਣੇ ਸੀ, 20 ਰੁਪਏ 10ਵੀਂ ਚ ਪੜ੍ਹਦੇ। ਉਦੋਂ ਉਹ ਚੱਕ ਨੰਬਰ 41 ਵਿੱਚ ਲੈਲਪੁਰ ਜ਼ਿਲ੍ਹੇ ਦੇ ਉੱਥੇ ਪੜ੍ਹਦੇ ਸੀ। ਤੇ ਅਮਰੋਜ਼ ਉਹਨਾਂ ਦਾ ਕਲਾਸ ਫੈਲੋ ਸੀ, ਅੱਜ ਦਾ ਆਰਟਿਸਟ ਜਿਹੜਾ ਅਮ੍ਰਿਤਾ ਪ੍ਰੀਤਮ। ਤੇ ਇਸੇ ਕਰਕੇ ਸਾਡੀ ਸਾਂਝ ਅਮ੍ਰਿਤਾ ਪ੍ਰੀਤਮ ਤੇ ਅਮਰੋਜ਼ ਨਾਲ ਬਹੁਤ ਕਲੋਜ਼ ਰਹੀ ਹੈ। ਅਸੀਂ ਜਦੋਂ ਕੈਨੇਡਾ ਤੋਂ ਜਾਂਦੇ ਦਿੱਲੀ ਉਹਨਾਂ ਕੋਲ ਮਿਲ ਕੇ ਜਾਂਦੇ ਸੀ। ਤੇ ਕਿਉਂਕਿ ਅਮਰੋਜ਼ ਉਹਨਾਂ ਦਾ ਡਾਇਸਕ ਕੰਪੈਨੀਅਨ ਸੀ ਤੇ ਉੱਥੇ ਪੜ੍ਹਦੇ ਸੀ ਸਕੂਲ ਚ 10ਵੀਂ ਤੱਕ। ਸੋ ਮੈਂ ਦੱਸਦੀ ਸੀ ਬਈ ਏਦਾਂ ਸਾਂਝਾਂ ਬਣੀਆਂ ਲਾਈਫ ਦੇ ਵਿੱਚ, ਏਦਾਂ ਸਾਂਝਾਂ ਬਣੀਆਂ। ਸਮਝ ਨਹੀਂ ਆਉਂਦੀ ਕਾਕਾ, ਜਦੋਂ 1953 ਦੀ ਕਾਨਫਰੰਸ ਵਿੱਚ ਅਸੀਂ ਬੰਬੇ ਗਏ ਜੀ, ਅਸੀਂ ਸਾਰੇ ਸ਼ਤਾਬਦੀ ਟ੍ਰੇਨ ਉਦੋਂ ਸ਼ੁਰੂ ਹੋਈ ਸੀ, ਦਿੱਲੀ ਦਾ ਟਰੁੱਪ ਇਧਰੋਂ ਜਿਹੜਾ ਗਾਰਗੀ, ਬਲਵੰਤ ਗਾਰਗੀ ਸਾਡਾ ਟਰੁੱਪ ਲੈ ਕੇ ਗਿਆ, ਤੇਰਾ ਸਿੰਘ ਚੰਨ, ਮੈਂ, ਸੁਰਿੰਦਰ ਕੌਰ, ਡਾਕਟਰ ਹਰਚਰਨ ਸਿੰਘ ਤੇ 4 ਬੰਦੇ ਮੋਗੇ ਤੋਂ ਸੀਗੇ। ਤੇ ਅਸੀਂ ਸਾਰੇ ਉੱਥੇ ਗਏ ਸੀ ਬੰਬੇ ਕਾਨਫਰੰਸ ਤੇ। ਬਲਰਾਜ ਸਾਹਨੀ ਨੂੰ ਮਿਲਣਾ, ਅਚਲਾ ਸਚਦੇਵ ਦੇ ਘਰ ਠਹਿਰਨਾ, ਇਹ ਇੱਕ ਬਹੁਤ ਵੱਡੀ ਜ਼ਿੰਦਗੀ ਦੀ ਇੱਕ ਅਭੁੱਲ ਯਾਦ ਹੈ। ਸੁਰਿੰਦਰ ਕੌਰ, ਸੋਢੀ ਸਾਹਿਬ, ਡੋਲੀ ਨੂੰ ਮੋਢਿਆਂ ਤੇ ਚੁੱਕ ਖੜਾਇਆ ਮਾਨ ਸਾਹਿਬ ਨੇ। ਤੇ ਪਰ ਇਹ ਕੁਛ ਪੁਰਾਣੀਆਂ ਗੱਲਾਂ ਭੁੱਲ ਗਈ ਆ ਹੁਣ, ਪੁਰਾਣੀਆਂ ਯਾਦਾਂ ਉਹਨੂੰ ਯਾਦ ਕਰਾਉਣਾ ਪੈਂਦਾ ਹੈ। ਸੋ ਉਹ ਡੋਲੀ ਗੁਲੇਰੀਆ ਹੋਰੀ ਵੀ ਬਿਲਕੁਲ ਹੁਣ ਉਸੇ ਤਰ੍ਹਾਂ ਆਪਣੀ ਮਦਰ ਵਾਂਗਣ, ਯਾਨੀ ਕਿ ਬਹੁਤ ਗ੍ਰੇਟ ਉਹਨਾਂ ਦਾ ਵੀ ਕੰਮ ਹੈ। ਅੱਛਾ, ਮੈਂ ਤੁਹਾਡੇ ਕੋਲ ਪੁੱਛਣਾ, ਤੁਸੀਂ ਪ੍ਰੀਤ ਆਂਟੀ ਤੁਸੀਂ ਫਿਰ ਨਾਟਕਾਂ ਦੇ ਵਿੱਚ ਜਾਂ ਵੈਸੇ ਗੀਤ ਵੀ ਗਾਉਂਦੇ ਸੀ ਸਟੇਜਾਂ ਦੇ ਉੱਤੇ? ਕੋਈ ਸਟੇਜਾਂ ਦੇ ਉੱਤੇ ਸੁਰਿੰਦਰ ਕੌਰ ਨਾਲ ਰਲ ਕੇ ਸ਼ਾਮਲ ਸਾਜ ਹੁੰਦੇ ਸੀ। ਅੱਛਾ, ਤੁਸੀਂ ਕੋਈ ਕਿਹੜਾ, ਕੋਈ ਤੁਹਾਨੂੰ ਯਾਦ ਹੈ ਤੁਸੀਂ ਉਹਨਾਂ ਸਮੇਂ 'ਚ ਕਿਹੜਾ ਗਾਉਂਦੇ ਸੀ? ਕੁਝ ਯਾਦ ਹੈ ਥੋੜਾ ਬਹੁਤਾ? ਹਾਂਜੀ, ਅਮਨ ਦੀਆਂ ਬੋਲੀਆਂ ਕੁਝ ਸੁਣਾਓ ਤਾਂ ਸਾਨੂੰ। ਅਮਨ ਦੀ ਕਲਰ ਦੇ ਵਿੱਚ ਪਿਆ ਪਟਾਕਾ, ਲਿਸ਼ਕ ਰਹੀਆਂ ਸਰਵਾਈਆਂ, ਚਰਦਾ ਸਿੰਘ ਚਰਾਂਦਾ ਹਰੀਆਂ, ਹੇੜਾਂ ਕਿਧਰੋਂ ਆਈਆਂ, ਦੂਰ ਖੜੀ ਮੇਰੀ ਹਰਨੀ ਉਡੀਕੇ, ਅੱਖੀਆਂ ਪਰ ਛਿਲਕਾਈਆਂ, ਨਗਰਾਂ ਵਿੱਚੋਂ ਧੂਆਂ ਉੱਠਿਆ, ਮੂੰਹ ਤੇ ਉੱਡਣ ਹਵਾਈਆਂ, ਕੋਠੇ ਚੜ ਵੈਣ ਪਾਉਂਦੀਆਂ,
ਕੋਠੇ ਚੜ ਚੜ ਵੈਣ ਪਾਉਂਦੀਆਂ, ਨਾਰਾਂ ਸੱਜ ਵਿਆਈਆਂ। ਹੋ ਗੱਡੀਏ ਨੀ ਤੇਰੇ ਪਈਏ ਟੁੱਟ ਜਾਣ ਚਾਰੇ, ਟੁੱਟ ਜਾਣ ਬਾਈਆਂ, ਗੱਭਰੂ ਤੈਂ ਢੋਲੇ, ਨਾਰਾਂ ਦੇਣ ਦੁਆਈਆਂ, ਗੱਭਰੂ ਤੈਂ ਢੋਲੇ। ਕਿਆ ਬਾਤ ਹੈ। ਆਵਾਜ਼ ਹੈ ਨਹੀਂ, ਬੋਲ ਬੋਲ ਖਰਾਬ ਹੋ ਗਈ। ਨਹੀਂ ਨਹੀਂ, ਬਿਲਕੁਲ ਬਿਲਕੁਲ, ਆਵਾਜ਼ ਨਾਲੋਂ ਜਿਹੜੀ ਭਾਵਨਾ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਜਿਸ ਭਾਵਨਾ ਨਾਲ ਗਾ ਰਹੇ ਸੀ ਉਹ ਬਹੁਤ ਵਧੀਆ। ਸੋ ਬਹੁਤ ਖੂਬਸੂਰਤ ਗੱਲਾਂ, ਬੜਾ ਵੱਡਾ ਤੁਹਾਡੇ ਕੋਲ ਇਤਿਹਾਸ ਹੈ ਗੱਲਾਂ ਦੇ ਵਿੱਚ। ਤੇ ਪਰ ਕਿਉਂਕਿ ਅਸੀਂ ਥੋੜਾ ਜਿਹਾ ਅੱਜ ਲੇਟ ਹੋ ਗਏ ਤੁਹਾਡੇ ਕਨੈਕਸ਼ਨ ਕਰਕੇ ਜਿਹੜਾ, ਤੇ ਸਾਡੇ ਨਾਲ ਕਿਉਂਕਿ ਅਗਲੀ ਗੱਲਬਾਤ ਦੇ ਵਿੱਚ ਹੁਣ ਸਾਡੇ ਕੋਲ ਨਿਰਮਲ ਰਿਸ਼ੀ ਹੋਰਾਂ ਨਾਲ ਅਸੀਂ ਗੱਲਾਂ ਕਰਨੀਆਂ ਤੁਹਾਡੇ ਤੋਂ ਬਾਅਦ। ਤੇ ਨਿਰਮਲ ਰਿਸ਼ੀ, ਬਿਲਕੁਲ, ਉਹ ਸਾਨੂੰ ਹੁਣੇ ਤੁਹਾਡੇ ਤੋਂ ਬਾਅਦ ਅਸੀਂ ਕੱਟ ਕੇ ਦੂਜੇ ਨੰਬਰ ਤੇ ਉਹਨਾਂ ਨਾਲ ਜੁੜਨਾ ਹੁਣੇ। ਤੋਂ ਇਸ ਕਰਕੇ ਅਸੀਂ ਆਪਣੀਆਂ ਗੱਲਾਂ ਦਾ ਸਿਲਸਿਲਾ। ਜੀ ਸਰੀਨ ਜੀ ਕੁਝ ਕਹਿ ਰਹੇ? ਹਾਂ, ਇਹ ਭੈਣ ਜੀ ਹੋਰਾਂ ਨੂੰ ਇਹ ਵੀ ਪੁੱਛੋ, ਇਹ ਜਦੋਂ ਪਟਿਆਲੇ ਸੀਗੇ ਨਾ ਜੀ, ਤੇ 1970 ਦੇ ਵਿੱਚ ਜਦੋਂ ਮੈਂ ਸੀ ਪੰਜਾਬ ਕਲਾ ਮੰਚ ਵਿੱਚ ਟਵਾਣਾ ਜੀ ਕੋਲ, ਤੇ ਮਾਨ ਸਾਹਿਬ ਸੈਕਟਰੀ ਸਾਡੇ ਐਗਜ਼ੈਕਟਿਵ ਦੇ ਮੈਂਬਰ ਹੁੰਦੇ, ਇਹ ਸਾਰੇ ਨਾਟਕ ਵੇਖਦੇ ਰਹੇ ਆ, ਤੇ ਨਿਰਮਲ ਰਿਸ਼ੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਹਾਂ ਹਾਂ ਬਿਲਕੁਲ। ਹਾਂਜੀ, ਨਿਰਮਲ ਰਿਸ਼ੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਆ, ਜਾਣਦੀ ਨਹੀਂ, ਬਹੁਤ ਕਲੋਜ਼ਲੀ ਜਾਣਦੀ ਆ। ਕਿੱਥੇ ਹੈ? ਮੇਰਾ ਜੀ ਕਰਦਾ ਮੈਂ ਦੇਖਾਂ ਉਹਦਾ ਪ੍ਰੋਗਰਾਮ ਵੀ। ਮੈਂ ਤੁਹਾਨੂੰ ਉਹਨਾਂ ਦਾ ਨੰਬਰ ਹੁਣੇ ਸੈਂਡ ਕਰ ਰਿਹਾ, ਤੁਸੀਂ ਉਹ ਵਾਲੇ ਲਿੰਕ ਤੇ ਤੁਸੀਂ ਨਾਲ ਜੁੜਿਓ ਹੁਣੇ। ਇਸ ਤੋਂ ਬਾਅਦ ਨਾਲ ਤੁਰੰਤ ਇਹ ਕੱਟ ਕੇ ਨਾ ਤੁਸੀਂ ਦੂਜੇ ਨੰਬਰ ਤੇ ਹੁਣ ਜੁੜਿਓ, ਮੈਂ ਤੁਹਾਨੂੰ ਲਿੰਕ ਭੇਜ ਰਿਹਾ ਉਹਨਾਂ ਦਾ ਵੀ। ਅੱਛਾ ਜੀ, ਸੋ ਨਾਈਸ ਆਫ ਯੂ। ਜੀ ਜੀ, ਬਹੁਤ ਸ਼ੁਕਰੀਆ ਆਂਟੀ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਤੇ ਆਪਾਂ ਫੇਰ ਜਿੱਦਣ ਸਵਰਨ ਗੁਰਚਰਨ ਹੋਰਾਂ ਨਾਲ ਗੱਲਾਂ ਕਰਾਂਗੇ ਉਦਣ ਵੀ ਤੁਸੀਂ ਨਾਲ ਜੁੜਿਓ। ਤੇ ਫਿਰ ਜ਼ਰੂਰ ਜ਼ਰੂਰ, ਮੇਰੇ ਵੱਲੋਂ ਸਵਰਨ ਗੁਰਚਰਨ ਹੋਰਾਂ ਨੂੰ ਬਹੁਤ ਬਹੁਤ ਪਿਆਰ ਕਹੂੰਗੀ, ਕਿਉਂਕਿ ਮੈਂ ਇਹਨਾਂ ਦੀ ਵੱਡੀ ਭੈਣ ਆ। ਬਹੁਤ ਸ਼ੁਕਰੀਆ। ਸੋ ਆਪਾਂ ਹੁਣੇ ਆਪਾਂ ਇਹ ਲਿੰਕ ਕੱਟ ਕੇ ਦੂਜੇ ਤੇ ਆਪਾਂ ਮਿਲ ਰਹੇ ਹਾਂ, ਅਸੀਂ ਨਿਰਮਲ ਰਿਸ਼ੀ ਹੋਰਾਂ ਨਾਲ ਗੱਲਾਂ ਕਰਾਂਗੇ। ਬਹੁਤ ਸ਼ੁਕਰੀਆ ਪ੍ਰੀਤ ਆਂਟੀ। ਤੇ ਥੈਂਕ ਯੂ ਬੇਟਾ, ਥੈਂਕ ਯੂ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ। ਸੋ ਨਾਈਸ, ਮੈਨੂੰ ਵੀ ਬੜਾ ਚੰਗਾ ਲੱਗਾ। ਤੇਰੇ ਜਿਹੜੇ ਪ੍ਰੀਤ ਨਗਰ ਦੇ ਕੰਮ ਨੇ, ਕਿੰਨੇ ਤਾਂ ਡਰਾਮੇ ਮੈਂ ਤੁਹਾਡੇ ਦੇਖ ਚੁੱਕੀ ਹਾਂ ਪਿਛਲੇ ਦਿਨਾਂ ਦੇ ਵਿੱਚ ਪ੍ਰੀਤ ਨਗਰ 'ਚ। ਸੋ ਨਾਈਸ, ਤੁਸੀਂ ਤਾਂ ਪ੍ਰੀਤ ਨਗਰ ਦੀ ਰੂਹ ਬਣਾਤੀ, ਸੱਚੀ ਗੱਲ ਹੈ। ਜਿਉਂਦੇ ਰਹੋ, ਤੁਹਾਡਾ ਆਸ਼ੀਰਵਾਦ ਹੈ। ਜਿਉਂਦੇ ਰਹੋ।